ਅੱਜ ਦਾ ਸਾਡਾ ਪਾਠ ਨੰਬਰ ਹੈ 12, ਜਿਸ ਦਾ ਨਾਮ ਹੈ ਕੁਲਫੀ, ਜੋ ਕਹਾਣੀ ਲਿਖੀ ਗਈ ਹੈ ਸੁਜਾਨ ਸਿੰਘ ਦੁਆਰਾ। ਸੁਜਾਨ ਸਿੰਘ ਅਗਾਂਹਵਾਧੂ ਵਿਚਾਰਾਂ ਵਾਲਾ ਇੱਕ ਪ੍ਰਸਿੱਧ ਪੰਜਾਬੀ ਕਹਾਣੀਕਾਰ ਹੈ। ਅਗਾਂਹਵਾਧੂ ਮੀਨਸ ਫਾਰਵਰਡ ਥਿੰਕਰ ਔਰ ਪ੍ਰਸਿੱਧ ਮੀਨਸ ਮਸ਼ਹੂਰ। ਤਾਂ ਇੱਥੇ ਲਿਖਿਆ ਗਿਆ ਕਿ ਸੁਜਾਨ ਸਿੰਘ ਇੱਕ ਅਗਾਂਹਵਾਧੂ ਭਾਵ ਕਿ ਅੱਗੇ ਦੀ ਸੋਚ ਰੱਖਣ ਵਾਲਾ ਇੱਕ ਪ੍ਰਸਿੱਧ ਪੰਜਾਬੀ ਕਹਾਣੀਕਾਰ ਹੈ। ਕਹਾਣੀਕਾਰ ਮੀਨਸ ਕਹਾਣੀ ਲਿਖਣ ਵਾਲਾ। ਕੁਲਫੀ ਕਹਾਣੀ ਵਿੱਚ 3 ਮੁੱਖ ਪਾਤਰ ਹਨ: ਕਥਾਵਾਚਕ, ਉਸਦੀ ਪਤਨੀ ਅਤੇ ਕਾਕਾ। ਮੁੱਖ ਪਾਤਰ ਮੀਨਸ ਮੇਨ ਕਰੈਕਟਰਸ, ਭਾਵ ਕਿ ਇਸ ਕਹਾਣੀ 'ਚ 3 ਮੇਨ ਕਰੈਕਟਰਸ ਹਨ। ਸਭ ਤੋਂ ਪਹਿਲਾਂ ਲੇਖਕ ਸੁਜਾਨ ਸਿੰਘ, ਫਿਰ ਉਸਦੀ ਪਤਨੀ ਅਤੇ ਫਿਰ ਉਸਦਾ ਛੋਟਾ ਬੱਚਾ ਜਿਸ ਨੂੰ ਕਾਕਾ ਕਿਹਾ ਗਿਆ ਹੈ। ਕੁਲਫੀ ਵਾਲਾ ਸ਼ਾਹਾਂ ਦਾ ਮੁੰਡਾ ਅਤੇ ਸ਼ਾਹਣੀ ਗੌਣ ਪਾਤਰ ਹਨ। ਇੱਥੇ ਇੱਕ ਸ਼ਬਦ ਆਉਂਦਾ ਹੈ ਗੌਣ ਪਾਤਰ, ਭਾਵ ਕਿ ਜਿਹੜੇ ਨਿਮਨ ਪਾਤਰ ਹਨ ਜਾਂ ਜਿਨ੍ਹਾਂ ਦਾ ਛੋਟਾ ਰੋਲ ਹੈ, ਮੀਨਸ ਦੇ ਹੈਵ ਅ ਸਮਾਲ ਰੋਲ। ਸ਼ਾਹ ਬੇਸਿਕਲੀ ਇੱਥੇ ਇੱਕ ਸ਼ਬਦ ਆਉਂਦਾ ਹੈ ਸ਼ਾਹ। ਤਾਂ ਸ਼ਾਹ ਦਾ ਅਸਲ ਅਰਥ ਹੁੰਦਾ ਹੈ ਰਾਇਲਟੀ ਨਾਲ ਐਸੋਸੀਏਟਿਡ, ਭਾਵ ਕਿ ਜਿਹੜਾ ਬੰਦਾ ਰਾਇਲ ਹੋਵੇ ਉਹਨੂੰ ਸ਼ਾਹ ਦਾ ਦਰਜਾ ਦਿੱਤਾ ਜਾਂਦਾ ਹੈ। ਪਰ ਇੱਥੇ ਸ਼ਾਹ ਜਿਹੜਾ ਹੈ ਉਹ ਇੱਕ ਅਮੀਰ ਆਦਮੀ ਨੂੰ ਕਿਹਾ ਗਿਆ ਹੈ, ਕਿਉਂਕਿ ਆਮ ਭਾਸ਼ਾ ਵਿੱਚ ਸ਼ਾਹ ਇੱਕ ਅਮੀਰ ਆਦਮੀ ਨੂੰ ਕਿਹਾ ਜਾਂਦਾ ਹੈ ਜੋ ਪਿੰਡ ਦੇ ਵਿੱਚ ਕਾਫੀ ਅਮੀਰ ਹੋਵੇ। ਤਾਂ ਇਸ ਤੋਂ ਅੱਗੇ ਲਿਖਿਆ ਹੈ ਕਹਾਣੀ ਦਾ ਆਰੰਭ ਕਥਾਵਾਚਕ ਦੀ ਆਰਥਿਕ ਤੰਗੀ ਕਾਰਨ ਬੱਚੇ ਨੂੰ ਕੁਲਫੀ ਨਾ ਖਵਾ ਸਕਣ ਦੀ ਲਾਚਾਰੀ ਦੇ ਮਸਲੇ ਨਾਲ ਸ਼ੁਰੂ ਹੁੰਦਾ ਹੈ। ਮਸਲਾ ਹੁੰਦਾ ਹੈ ਮੈਟਰ। ਲਾਚਾਰੀ ਮੀਨਸ ਹੈਲਪਲੈਸਨੈਸ ਔਰ ਆਰਥਿਕ ਤੰਗੀ ਮੀਨਸ ਫਾਈਨੈਂਸ਼ੀਅਲ ਵੀਕਨੈਸ। ਤਾਂ ਇੱਥੇ ਇਹ ਸਮਝਾਇਆ ਗਿਆ ਕਿ ਇਹ ਕਹਾਣੀ ਦਾ ਆਰੰਭ ਬੇਸਿਕਲੀ ਇਹ ਕਹਾਣੀ ਦੀ ਸਟਾਰਟਿੰਗ ਉੱਥੋਂ ਹੁੰਦੀ ਹੈ ਕਿ ਲੇਖਕ ਦੇ ਘਰ ਬਹੁਤ ਜ਼ਿਆਦਾ ਆਰਥਿਕ ਤੰਗੀ ਹੈ, ਜਿਸ ਕਾਰਨ ਉਹ ਆਪਣੇ ਬੱਚੇ ਨੂੰ ਕੁਲਫੀ ਵੀ ਨਹੀਂ ਖਵਾ ਸਕਦਾ ਔਰ ਇਸ ਗੱਲ ਤੋਂ ਉਸਦੀ ਲਾਚਾਰੀ ਸਿੱਧ ਹੁੰਦੀ ਹੈ ਜਾਂ ਲਾਚਾਰੀ ਦਿਖਦੀ ਹੈ। ਕੁਲਫੀ ਦੀ ਮੰਗ ਨੂੰ ਵਾਰ-ਵਾਰ ਟਾਲਣ ਦੀ ਮਜਬੂਰੀ ਕਥਾਵਾਚਕ ਨੂੰ ਪਰੇਸ਼ਾਨ ਕਰਦੀ ਹੈ, ਭਾਵ ਕਿ ਉਸਨੂੰ ਦੁਖੀ ਕਰਦੀ ਹੈ ਕਿ ਵਾਰ-ਵਾਰ ਉਸਨੂੰ ਆਪਣੇ ਬੱਚੇ ਦੀ ਕੁਲਫੀ ਦੀ ਮੰਗ ਨੂੰ ਟਾਲਣਾ ਪੈ ਰਿਹਾ ਹੈ। ਅੰਤ ਕਾਕਾ ਕੁਲਫੀ ਦੀ ਮੰਗ ਛੱਡ ਕੇ ਕੁਲਫੀ ਖਰੀਦ ਕੇ ਆ ਰਹੇ ਸ਼ਾਹਾਂ ਦੇ ਮੁੰਡੇ ਉੱਤੇ ਝਪਟ ਪੈਂਦਾ ਹੈ। ਇੱਥੇ ਇਹ ਸਮਝਾਇਆ ਗਿਆ ਹੈ ਕਿ ਅਖੀਰ 'ਤੇ ਜਦੋਂ ਵਾਰ-ਵਾਰ ਵੀ ਉਸਦੀ ਮੰਗ ਨਾ ਮੰਨਣ 'ਤੇ ਜੋ ਲੇਖਕ ਦਾ ਬੇਟਾ ਹੈ ਉਹ ਸਾਹਮਣੇ ਆ ਰਹੇ ਸ਼ਾਹਾਂ ਦੇ ਬੇਟੇ ਦੀ, ਜੋ ਸ਼ਾਹਾਂ ਦਾ ਮੁੰਡਾ ਕੁਲਫੀ ਖਰੀਦ ਕੇ ਲਿਆ ਹੁੰਦਾ ਹੈ, ਉਸ ਦੇ ਉੱਤੇ ਝਪੱਟਾ ਮਾਰਦਾ ਹੈ। ਆਪਣੇ ਪੁੱਤਰ ਦੀ ਇਸ ਕਾਰਵਾਈ ਨਾਲ ਕਥਾਵਾਚਕ ਨੂੰ ਡੂੰਘੀ ਮਾਨਸਿਕ ਤਸੱਲੀ ਹੁੰਦੀ ਹੈ। ਤਾਂ ਹੁਣ ਉਸ ਨੂੰ ਕਿਉਂ ਡੂੰਘੀ ਮਾਨਸਿਕ ਤਸੱਲੀ ਹੁੰਦੀ ਹੈ ਇਹ ਸਾਨੂੰ ਕਹਾਣੀ ਪੜ੍ਹ ਕੇ ਪਤਾ ਚੱਲੇਗਾ। ਅਤੇ ਅਖੀਰ 'ਤੇ ਰਿਹਾ ਹੈ ਕਹਾਣੀਕਾਰ ਪ੍ਰਤੀਕ ਰੂਪ ਵਿੱਚ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਗਰੀਬ ਲੋਕਾਂ ਨੂੰ ਆਪਣੇ ਹੱਕ ਸੰਘਰਸ਼ ਕਰਕੇ ਹੀ ਖੋਣੇ ਪੈਣਗੇ। ਪ੍ਰਤੀਕ ਰੂਪ ਮੀਨਸ ਐਵੀਡੈਂਸ਼ੀਅਲ ਫਾਰਮ, ਕਿ ਉਹ ਸਿੱਧਾ ਸਬੂਤ ਦੇ ਰਿਹਾ ਹੈ ਕਿ ਅਗਰ ਉਹਨਾਂ ਨੂੰ ਆਪਣੇ ਹੱਕ ਲੈਣੇ ਆ ਤਾਂ ਉਹ ਉਹਨਾਂ ਨੂੰ ਖੋਣੇ ਪੈਣਗੇ ਔਰ ਉਹਨਾਂ ਲਈ ਸੰਘਰਸ਼ ਕਰਨਾ ਪਏਗਾ। ਅੱਗੇ ਹਨ ਇਸ ਪਾਠ ਦੇ ਉਦੇਸ਼। ਕਹਾਣੀ ਪੜ੍ਹਨ ਤੋਂ ਬਾਅਦ ਅਸੀਂ ਹੇਠ ਲਿਖੀਆਂ ਗੱਲਾਂ ਸਿੱਖ ਸਕਾਂਗੇ। ਸਭ ਤੋਂ ਪਹਿਲਾਂ ਕੁਲਫੀ ਨਾਮ ਦੀ ਕਹਾਣੀ, ਫਿਰ ਉਸ ਕਹਾਣੀ ਦਾ ਸਾਰ ਔਰ ਅਖੀਰ 'ਤੇ ਕਹਾਣੀ ਦੇ ਤੱਤ। ਹੁਣ ਆਪਾਂ ਪੜ੍ਹਾਂਗੇ ਕਹਾਣੀ ਕੁਲਫੀ। ਮਹੀਨਾ ਮੁੱਕਣ 'ਤੇ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ। ਮੁੱਕਣਾ ਮੀਨਸ ਖਤਮ ਹੋਣਾ। ਸੋਚ ਰਿਹਾ ਸੀ ਮਹੀਨੇ ਦੇ ਪਹਿਲੇ ਅੱਧ ਦੇ 15 ਦਿਨ ਕਿਵੇਂ ਝਟਪਟ ਮੀਨਸ ਜਲਦੀ ਮੁੱਕ ਜਾਂਦੇ ਹਨ, ਭਾਵ ਕਿ ਖਤਮ ਹੋ ਜਾਂਦੇ ਹਨ, ਅਤੇ ਤਨਖਾਹ ਵੀ ਉਹਨਾਂ 15 ਦਿਨ ਦੇ ਨਾਲ ਹੀ ਉੱਡ ਜਾਂਦੀ ਹੈ। ਤਨਖਾਹ ਮੀਨਸ ਸੈਲਰੀ। ਤਾਂ ਇਹ ਪਹਿਲੀਆਂ ਪੰਕਤੀਆਂ ਵਿੱਚ ਲੇਖਕ ਇਹ ਕਹਿ ਰਿਹਾ ਹੈ ਕਿ ਮਹੀਨਾ ਸ਼ੁਰੂ ਤਾਂ ਬੜੀ ਜਲਦੀ ਹੁੰਦਾ ਹੈ, ਪਰ ਖਤਮ ਹੋਣ ਦੇ ਜਦੋਂ ਅਖੀਰਲੇ ਦਿਨ ਹਨ ਉਦੋਂ ਇੱਦਾਂ ਲੱਗਦਾ ਹੈ ਕਿ ਖਤਮ ਹੋਣ 'ਤੇ ਹੀ ਨਹੀਂ ਆਉਂਦਾ। ਤਾਂ ਅੱਗੇ ਉਹ ਸਮਝਾ ਰਿਹਾ ਕਿ ਮਹੀਨੇ ਦੇ ਪਹਿਲੇ 15 ਦਿਨ ਬੜੇ ਸੌਖੇ ਲੱਗਦੇ ਹਨ ਔਰ ਉਹਨਾਂ 15 ਦਿਨਾਂ ਵਿੱਚ ਹੀ ਲੇਖਕ ਦੀ ਸਾਰੀ ਆਮਦਨੀ ਉਸਦੇ ਘਰ ਦੇ ਖਰਚਿਆਂ ਵਿੱਚ ਨਿਕਲ ਜਾਂਦੀ ਹੈ। ਇਸ ਤੋਂ ਅੱਗੇ ਲੇਖਕ ਸਮਝਾ ਰਿਹਾ ਹੈ ਕਿ ਮੈਨੂੰ ਪੱਠੇ ਦੀ ਸੱਫ ਚੁੱਭ ਰਹੀ ਸੀ। ਪਾਸਾ ਵੱਟ ਕੇ ਪਿੱਠ 'ਤੇ ਹੱਥ ਫੇਰਿਆ ਤਾਂ ਸੱਫ ਦੀਆਂ ਪਿੜੀਆਂ ਪਿੰਡੇ ਵਿੱਚ ਖੁੱਭੀਆਂ ਹੋਈਆਂ ਸਨ। ਪਿੰਡਾ ਹੁੰਦਾ ਬੋਡੀ, ਪਿੜੀਆਂ ਮੀਨਸ ਤੀਲੀਆਂ। ਔਰ ਇੱਥੇ ਇਹ ਪੂਰੀਆਂ ਪੰਕਤੀਆਂ ਦਾ ਅਰਥ ਇਹ ਹੋਇਆ ਕਿ ਲੇਖਕ ਤੀਲੀਆਂ ਦੀ ਬਣੀ ਹੋਈ ਚਟਾਈ ਦੇ ਉੱਪਰ ਲੇਟਿਆ ਹੈ। ਚਟਾਈ ਮੀਨਸ ਮੈਟ, ਭਾਵ ਕਿ ਉਹ ਛੋਟੇ ਡੱਕਿਆਂ ਦੀਆਂ ਜਾਂ ਤੀਲੀਆਂ ਦੀਆਂ ਬਣੀਆਂ ਹੋਈਆਂ ਬਣੀ ਹੋਈ ਚਟਾਈ ਦੇ ਉੱਪਰ ਲੇਟਿਆ ਹੋਇਆ ਸੀ ਔਰ ਚਟਾਈ ਦੇ ਉੱਪਰ ਲੇਟਿਆ ਉਸਦੀ ਪਿੱਠ ਵਿੱਚ ਪਿੜੀਆਂ, ਭਾਵ ਕਿ ਤੀਲੀਆਂ ਖੁੱਭ ਰਹੀਆਂ ਸਨ। ਇਸ ਤੋਂ ਅੱਗੇ ਉਹ ਲਿਖਦਾ ਹੈ ਕਿ ਮਲਾਈ ਵਾਲੀ ਕੁਲਫੀ ਠੰਡੀ ਠਾਰ ਆਵਾਜ਼ ਵਿੱਚ ਕੁਲਫੀ ਵਾਲੇ ਨੇ ਹੁੱਕਾ ਦਿੱਤਾ, ਭਾਵ ਕਿ ਜਿਸ ਤਰ੍ਹਾਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਕੁਲਫੀ ਜਾਂ ਕੋਈ ਸਮਾਨ ਵੇਚਣ ਵਾਲਾ ਆਪਣਾ ਸਮਾਨ ਵੇਚਦਾ ਹੈ ਤਾਂ ਉਹ ਉੱਚੀ ਹੁੱਕਾ ਦਿੰਦਾ, ਭਾਵ ਕਿ ਉੱਚੀ ਆਵਾਜ਼ ਦੇ ਕੇ ਬੁਲਾਉਂਦਾ ਹੈ। ਉਸੇ ਤਰ੍ਹਾਂ ਉਸਦੇ ਘਰ ਦੇ ਕੋਲ ਕੁਲਫੀ ਵੇਚਣ ਵਾਲਾ ਆਇਆ ਔਰ ਉਸਨੇ ਉੱਚੀ ਜਿਹੀ ਹੁੱਕਾ ਦਿੱਤਾ। ਉਸ ਦੀ ਆਵਾਜ਼ ਕਿੰਨੇ ਚਿਰ ਮਗਰੋਂ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ। ਚਿਰ ਮੀਨਸ ਟਾਈਮ ਜਾਂ ਸਮਾਂ। ਚਿੱਟੀ ਦੁੱਧ ਕੁਲਫੀ ਸਾਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ। ਸਾਕਾਰ ਮੀਨਸ ਡਾਇਰੈਕਟਲੀ, ਭਾਵ ਕਿ ਉਹ ਸਿਰਫ ਆਵਾਜ਼ ਸੁਣ ਰਹੀ ਪਰ ਉਹ ਇਮੈਜਿਨ ਕਰ ਪਾ ਰਿਹਾ ਸੀਗਾ ਕਿ ਕੁਲਫੀ ਕਿਸ ਤਰ੍ਹਾਂ ਦੀ ਹੋਵੇਗੀ।
ਮੇਰੇ ਮੂੰਹ ਵਿੱਚ ਪਾਣੀ ਆ ਗਿਆ ਪਰ ਮੈਂ ਬੇਵਸ ਸੀ। ਬੇਵਸ ਮੀਨਸ ਹੈਲਪਲੈਸ, ਭਾਵ ਕਿ ਉਸ ਦੀ ਆਰਥਿਕ ਤੰਗੀ ਕਰਕੇ ਉਹ ਕੁਲਫੀ ਖਰੀਦ ਨਹੀਂ ਸਕਦਾ ਸੀ। ਉਸ ਦੇ ਮੂੰਹ ਵਿੱਚ ਪਾਣੀ ਜ਼ਰੂਰ ਆ ਗਿਆ ਸੀ ਪਰ ਉਹ ਖਰੀਦ ਨਹੀਂ ਸਕਦਾ ਸੀ। ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਹਵਾਲਾਤ ਦਾ ਮਤਲਬ ਹੁੰਦਾ ਜੇਲ੍ਹ, ਭਾਵ ਕਿ ਲੇਖਕ ਇੱਥੇ ਉਦਾਹਰਨ ਦੇ ਰਿਹਾ ਕਿ ਪੈਸੇ ਦੀ ਤੰਗੀ ਜੇਲ੍ਹ ਦੀ ਤੰਗੀ ਤੋਂ ਵੀ ਬੁਰੀ ਹੁੰਦੀ ਹੈ। ਮੈਂ ਆਪਣੇ ਦਿਲ ਦੀ ਚਾਹ ਤੋਂ ਬਚਣ ਲਈ ਕੁਲਫੀ ਸ਼ਬਦ ਦੀ ਬਣਤਰ 'ਤੇ ਵਿਚਾਰ ਕਰਨ ਦੀ ਆੜ ਲੈ ਲਈ। ਚਾਹ ਮੀਨਸ ਇੱਛਾ ਔਰ ਬਣਤਰ ਮੀਨਸ ਫਾਰਮੇਸ਼ਨ। ਤਾਂ ਇੱਥੇ ਲੇਖਕ ਕਹਿੰਦਾ ਹੈ ਕਿ ਮੈਂ ਆਪਣੀ ਕੁਲਫੀ ਦੀ ਇੱਛਾ ਮਾਰਨ ਨੂੰ ਕੁਲਫੀ ਕਿਸ ਤਰ੍ਹਾਂ ਬਣਦੀ ਹੈ ਅਤੇ ਕੁਲਫੀ ਸ਼ਬਦ ਦੀ ਜੋ ਸਿਰਜਣਾ ਹੋਈ ਹੈ ਕਿਸ ਤੋਂ ਹੋਈ ਹੈ ਉਸ ਦਾ ਸਹਾਰਾ ਲੈ ਲਿਆ। ਤਾਂ ਅੱਗੇ ਲੇਖਕ ਕਹਿੰਦਾ ਹੈ ਕਿ ਕੁਲਫੀ ਦਾ ਅਰਥ ਜੰਦਰਾ ਮੀਨਸ ਤਾਲਾ। ਸੁਨਿਆਰਿਆਂ ਦੇ ਗਹਿਣਿਆਂ ਵਿੱਚ ਸੁਨਿਆਰਿਆਂ ਨੇ ਗਹਿਣਿਆਂ ਵਿੱਚ ਲਾ ਕੇ ਇਸ ਨੂੰ ਕੁਲਫ ਦਾ ਕੁਲਫੀ ਬਣਾ ਦਿੱਤਾ। ਭਾਵ ਕਿ ਕੁਲਫੀ ਸ਼ਬਦ ਦਾ ਜੋ ਮੁੱਢ ਵੱਜਦਾ ਹੈ ਉਹ ਕੁਲਫ ਸ਼ਬਦ ਤੋਂ ਵੱਜਦਾ ਹੈ। ਕੁਲਫ ਤੋਂ ਹੀ ਕੁਲਫੀ ਬਣਿਆ ਹੈ। ਕੁਲਫੀ ਨੂੰ ਵੀ ਟੀਨ ਦੇ ਸਾਂਚੇ ਹੁੰਦੇ ਆ, ਡੱਬੇ ਜਾਂ ਖਾਨੇ ਵਿੱਚ ਬੰਦ ਕਰਕੇ ਜਮਾਇਆ ਜਾਂਦਾ ਹੈ। ਇਸ ਲਈ ਕੁਲਫੀ ਤੇ ਇੱਦਾਂ ਹੌਲੀ ਹੌਲੀ ਪਤਾ ਨਹੀਂ ਕਦੋਂ ਨੀਂਦ ਨੇ ਮੇਰਾ ਕੁਲਫੀ ਤੋਂ ਛੁਟਕਾਰਾ ਕਰ ਦਿੱਤਾ। ਤਾਂ ਅੱਗੇ ਲੇਖਕ ਸਮਝਾਉਂਦਾ ਹੈ ਕਿ ਉਹ ਕੁਲਫੀ ਬਣਨ ਦੀ ਪ੍ਰਣਾਲੀ ਸਮਝਾਉਂਦਾ ਹੈ ਕਿ ਕਿਸ ਤਰ੍ਹਾਂ ਕੁਲਫੀ ਨੂੰ ਛੋਟੇ ਛੋਟੇ ਖਾਂਚਿਆਂ ਭਾਵ ਡੱਬਿਆਂ ਵਿੱਚ ਬੰਦ ਕਰਕੇ ਜਮਾਇਆ ਜਾਂਦਾ ਹੈ ਔਰ ਫਿਰ ਉਹਨਾਂ ਦੀ ਕੁਲਫੀ ਬਣਦੀ ਹੈ। ਪਰ ਲੇਖਕ ਕਿਸ ਤਰ੍ਹਾਂ ਆਪਣੇ ਮਨ ਨੂੰ ਸਮਝਾ ਹੀ ਰਿਹਾ ਸੀ ਕਿ ਉਸ ਦੀ ਅੱਖ ਲੱਗੀ ਭਾਵ ਕਿ ਉਸ ਨੂੰ ਨੀਂਦ ਆ ਗਈ ਔਰ ਉਸ ਦਾ ਕੁਲਫੀ ਖਾਣ ਦੇ ਵਿਚਾਰ ਤੋਂ ਛੁਟਕਾਰਾ ਹੋ ਗਿਆ। ਇਸ ਤੋਂ ਅੱਗੇ ਲੇਖਕ ਲਿਖਦਾ ਹੈ ਕਿ ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੇ ਪੂਰੀ ਨਹੀਂ ਹੋਈ ਸੀ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਹਲੂਣ ਕੇ ਜਗਾ ਦਿੱਤਾ। ਭਾਵ ਹਲੂਣਨਾ ਮਤਲਬ ਹਿਲਾ ਕੇ। ਉਸ ਦੇ ਛੋਟੇ ਕਾਕੇ ਭਾਵ ਉਸ ਦੇ ਛੋਟੇ ਬੱਚੇ ਨੇ ਉਸ ਨੂੰ ਹਿਲਾ ਕੇ ਜਗਾ ਦਿੱਤਾ। ਮੈਂ ਖਿਜਿਆ ਹੋਇਆ ਸਾਂ ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ। ਖਿਜਿਆ ਮੀਨਸ ਇਰੀਟੇਟਡ, ਭਾਵ ਕਿ ਲੇਖਕ ਇਰੀਟੇਟਡ ਸੀ ਪਰ ਉਸ ਦੇ ਬੱਚੇ ਦੀ ਛੋਟੀ ਤੋਤਲੀ ਔਰ ਪਿਆਰੀ ਤੋਤਲੀ ਹੁੰਦੀ ਹੈ ਜੋ ਬੱਚਿਆਂ ਦੇ ਬੋਲਣ ਵਾਲੀ ਆਵਾਜ਼ ਹੁੰਦੀ ਹੈ, ਜਿੱਦਾਂ ਉਹ ਸ਼ਬਦ ਚੱਬ ਕੇ ਬੋਲਦੇ ਹਨ। ਉਸਨੇ ਉਸ ਨੂੰ ਸ਼ਾਂਤ ਕਰ ਦਿੱਤਾ। ਤਾਂ ਅੱਗੋਂ ਲੇਖਕ ਦਾ ਕਾਕਾ ਬੋਲਦਾ ਹੈ, ਦਾ ਜੀ ਕਿੰਨੀਆਂ ਆਜਾਂ ਮਾਰੀਆਂ, ਜਾਗਦੇ ਹੀ ਨਹੀਂ ਤੁਸੀਂ। ਤਾਂ ਇੱਥੇ ਦਾ ਜੀ ਦਾ ਅਰਥ ਹੋਇਆ ਦਾਰ ਜੀ। ਦਾਰ ਜੀ ਹੁੰਦਾ ਸ਼ਾਰਟ ਫਾਰਮ ਫॉर ਸਰਦਾਰ ਜੀ। ਤਾਂ ਆਪਣੇ ਪਿਤਾ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਦਾਰ ਜੀ ਮੈਂ ਤੁਹਾਨੂੰ ਕਿੰਨੀਆਂ ਆਵਾਜ਼ਾਂ ਮਾਰੀਆਂ ਹਨ, ਤੁਸੀਂ ਜਾਗਦੇ ਕਿਉਂ ਨਹੀਂ ਹੋ। ਤਾਂ ਇਸ ਦੇ ਜਵਾਬ ਵਿੱਚ ਲੇਖਕ ਬੋਲਦਾ ਹੈ ਕਿ ਹਾਂ ਤੂੰ ਕੀ ਕਹਿਣਾ, ਦੱਸ ਵੀ। ਮੈਂ ਕੁਝ ਕਾਹਲੇ ਪੈ ਕੇ ਪੁੱਛਿਆ। ਤਾਂ ਇੱਥੇ ਸਮਝਾਇਆ ਜਾ ਅੱਗੇ ਲੇਖਕ ਆਪਦੇ ਪੁੱਤਰ ਨੂੰ ਪੁੱਛਦਾ ਹੈ ਕਿ ਤੂੰ ਕੀ ਚਾਹੁੰਦਾ ਹੈ। ਉਸਨੇ ਜਲਦੀ ਵਿੱਚ ਪੁੱਛਿਆ। ਇੱਕ ਤੱਕਾ ਦੇ ਦਿਓ ਜੀ। ਇੱਥੇ ਤੱਕਾ ਬੇਸਿਕਲੀ ਟਕੇ ਨੂੰ ਬੋਲਿਆ ਗਿਆ ਹੈ। ਟਕਾ ਹੁੰਦਾ ਵਾ ਪੈਸਾ ਜਾਂ ਰੁਪਈਏ ਦਾ ਚੌਥਾ ਹਿੱਸਾ। ਤਾਂ ਇਸ ਤੋਂ ਅੱਗੇ ਲੇਖਕ ਲਿਖਦਾ ਹੈ ਪਰ ਟਕਾ ਮੇਰੇ ਕੋਲ ਹੈ ਨਹੀਂ ਸੀ। ਮੇਰੇ ਕੋਲ ਅੱਜ ਵੀ ਕੁਝ ਨਹੀਂ ਸੀ। 26 ਜੂਨ ਦੀ ਤਰੀਕ ਸੀ, ਭਾਵ ਕਿ 26 ਜੂਨ। ਘਰ ਦਾ ਖਰਚ, ਬਾਜ਼ਾਰ ਦੀ ਉਦਾਰੀ ਦੀ ਸਾਖ ਤੇ ਮਸੀਂ ਤੁਰ ਰਿਹਾ ਸੀ। ਸਾਖ ਹੁੰਦਾ ਇੱਜ਼ਤ, ਜੋ ਕਿ ਇੱਥੇ ਵੀ ਲਿਖਿਆ ਹੋਇਆ ਹੈ, ਭਾਵ ਕਿ ਜੋ ਉਸਦਾ ਘਰ ਦਾ ਖਰਚਾ ਔਰ ਉਧਾਰ ਚੱਲ ਰਿਹਾ ਸੀ ਉਹ ਲੇਖਕ ਦੀ ਬੜੀ ਹੋਈ ਇੱਜ਼ਤ ਦੇ ਸਿਰ 'ਤੇ ਉੱਪਰ ਹੀ ਚੱਲ ਰਿਹਾ ਸੀ। ਤੱਕਾ ਦਿਓ ਨਾ ਜੀ, ਦਾ ਜੀ। ਅੱਗੇ ਲੇਖਕ ਦਾ ਕਾਕਾ ਫਿਰ ਗੁਜ਼ਾਰਿਸ਼ ਕਰਦਾ ਹੈ ਕਿ ਉਸ ਨੂੰ ਟਕਾ ਦੇ ਦਿਓ ਸਰਦਾਰ ਜੀ, ਭਾਵ ਕਿ ਆਪਣੇ ਪਿਤਾ ਦੇ ਅੱਗੇ ਟਕਾ ਲੈਣ ਲਈ ਗੁਜ਼ਾਰਿਸ਼ ਕਰ ਰਿਹਾ ਹੈ। ਬਾਹਰ ਮੁਰਮੁਰੇ ਵਾਲਾ ਉੱਚੀ ਸਾਡੇ ਬੂਹੇ ਅੱਗੇ ਹੋਕਾ ਦੇ ਰਿਹਾ ਸੀ। ਮੁਰਮੁਰਾ ਹੁੰਦਾ ਹੈ ਮੱਕੀ ਦੀ ਬਣੀ ਹੋਈ ਇੱਕ ਖਾਣ ਵਾਲੀ ਵਸਤੂ ਹੁੰਦੀ ਹੈ। ਮੱਕੀ ਦੀ ਬਣੀ ਹੋਈ ਇੱਕ ਮਿੱਠੀ ਖਾਣ ਵਾਲੀ ਵਸਤੂ, ਜਿਹਨੂੰ ਜੋ ਜਿਵੇਂ ਕੁਲਫੀ ਵੇਚਣ ਵਾਲੇ ਆ, ਛੋਲੇ ਵੇਚਣ ਵਾਲੇ, ਇਸ ਤਰ੍ਹਾਂ ਦੇ ਬੰਦੇ ਆ ਕੇ ਬੱਚਿਆਂ ਨੂੰ ਵੇਚਦੇ ਸਨ। ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ, ਕਾਕਾ ਤੂੰ ਟਕਾ ਕੀ ਕਰਨਾ ਹੈ। ਭਾਵ ਕਿ ਲੇਖਕ ਆਪਣੇ ਬੱਚੇ ਨੂੰ ਪੁੱਛਦਾ ਹੈ ਕਿ ਤੂੰ ਟਕੇ ਦਾ ਕੀ ਕਰਨਾ ਹੈ। ਖੱਚਣੇ ਮੈਂ ਤੱਕਾ, ਹੋਰ ਕੀ ਕਰੀਦਾ ਟਕੇ ਨੂੰ। ਤਾਂ ਅੱਗੇ ਉਸ ਦਾ ਬੱਚਾ ਜਵਾਬ ਦਿੰਦਾ ਹੈ ਕਿ ਮੈਂ ਇਸ ਟਕੇ ਨੂੰ ਖਰਚਣਾ ਹੈ, ਹੋਰ ਕੀ ਕਰੀਦਾ। ਭਾਵ ਕਿ ਉਸ ਨੂੰ ਵਿਅੰਗ ਕੱਸਦੇ ਹੋਏ ਕਹਿੰਦਾ ਕਿ ਟਕੇ ਨੂੰ ਖਰਚਣ ਤੋਂ ਇਲਾਵਾ ਹੋਰ ਕੀ ਕਰੀਦਾ। ਤਾਂ ਇਸ ਤੋਂ ਅੱਗੇ ਲੇਖਕ ਲਿਖਦਾ ਹੈ ਕਿ ਮੈਨੂੰ ਪਤਾ ਹੈ ਪਹਿਲੇ ਜੰਗ ਦੇ ਮਗਰੋਂ ਜਦੋਂ ਬੜੀ ਮਹਿੰਗਾਈ ਹੋਈ ਸੀ। ਇੱਥੇ ਪਹਿਲਾ ਜੰਗ ਭਾਵ ਕਿ ਉਹ ਵਰਲਡ ਵਾਰ 1 ਦੀ ਗੱਲ ਕਰ ਰਿਹਾ ਹੈ ਕਿ ਵਰਲਡ ਵਾਰ 1 ਦੇ ਟਾਈਮ ਦੇ ਬਾਅਦ ਜਦੋਂ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਸੀ, ਸਾਨੂੰ ਧੇਲਾ ਖਰਚਣ ਨੂੰ ਮਿਲਦਾ ਸੀ। ਭਾਵ ਕਿ ਉਹਨਾਂ ਨੂੰ ਤਨਖਾਹ ਦੇ ਰੂਪ ਵਿੱਚ ਇੱਕ ਧੇਲਾ ਮਿਲਦਾ ਸੀ। ਧੇਲੇ ਦੀ ਮਸੱਦੀ ਰਾਮ ਤੋਂ ਲਿਆਂਦੇ ਹੋਏ ਛੋਲੇ ਮੁੱਕਣ ਦਾ ਨਾਂ ਨਹੀਂ ਸਨ ਆਉਂਦੇ। ਮਸੱਦੀ ਰਾਮ ਇੱਥੇ ਹੈ ਉਹ ਦੁਕਾਨਦਾਰ ਜਿਨ੍ਹਾਂ ਤੋਂ ਲੇਖਕ ਹੁਣੀ ਰਾਸ਼ਨ ਪਾਣੀ ਲੈ ਕੇ ਆਉਂਦੇ ਸਨ। ਔਰ ਧੇਲਾ ਹੁੰਦਾ ਵਾ 1/2 ਆਫ ਰੁਪੀ, ਭਾਵ ਕਿ ਉਹਨਾਂ ਨੂੰ ਇੰਨੀ ਤਨਖਾਹ ਮਿਲਦੀ ਸੀ ਔਰ ਇੰਨੀ ਤਨਖਾਹ ਦਾ ਲਿਆਂਦਾ ਹੋਇਆ ਰਾਸ਼ਨ ਮੁੱਕਣ ਦਾ ਸਮਾਂ ਨਹੀਂ ਲੈਂਦਾ, ਮੁੱਕਣ ਦਾ ਨਾਮ ਨਹੀਂ ਲੈਂਦਾ ਸੀ। ਭਾਵ ਕਿ ਉਹਦੇ ਨਾਲ ਉਹਨਾਂ ਦਾ ਸਰ ਜਾਂਦਾ ਸੀ ਆਰਾਮ ਦੇ ਨਾਲ। ਹੁਣ ਆਨੇ ਦੇ ਵੀ ਓਨੇ ਛੋਲੇ ਨਹੀਂ ਆਉਂਦੇ, ਭਾਵ ਕਿ ਹੁਣ ਜ਼ਿਆਦਾ ਪੈਸਿਆਂ ਦੇ ਵੀ ਓਨਾ ਸਮਾਨ ਨਹੀਂ ਮਿਲਦੇ ਤੇ ਮੇਰੀ ਆਮਦਨ ਮੇਰੇ ਪਿਤਾ ਦੀ ਆਮਦਨ ਦੇ ਪਾਸਕ ਵੀ ਨਹੀਂ ਸਨ। ਪਾਸਕ ਮੀਨਸ ਬਰਾਬਰ। ਹਾਲਾਂਕਿ ਮੇਰੀ ਪੜ੍ਹਾਈ ਮੇਰੇ ਪਿਤਾ ਤੋਂ ਕਈ ਗੁਣਾ ਵੱਧ ਸੀ। ਇੱਥੇ ਲੇਖਕ ਇਹ ਕਹਿ ਰਿਹਾ ਕਿ ਮੇਰੇ ਪਿਤਾ ਦੀ ਆਮਦਨ ਮੇਰੇ ਨਾਲੋਂ ਵੱਧ ਸੀ, ਹਾਲਾਂਕਿ ਮੈਂ ਆਪਣੇ ਪਿਤਾ ਨਾਲੋਂ ਵੱਧ ਪੜ੍ਹਿਆ ਲਿਖਿਆ ਸਾਂ।
ਮੈਂ ਦੁਨੀਆ ਦੀ ਆਰਥਿਕ ਦਸ਼ਾ ਅਤੇ ਇਸ ਦਿਸ਼ਾ ਨੂੰ ਬਣਾਉਣ 'ਤੇ ਕਾਇਮ ਰੱਖਣ ਵਾਲੇ ਧਨ ਕੁਬੇਰਾਂ 'ਤੇ ਵਿਚਾਰ ਕਰਨ ਲੱਗ ਪਿਆ। ਇੱਥੇ ਆਇਆ ਦੁਨੀਆ ਦੀ ਆਰਥਿਕ ਦਸ਼ਾ, ਜਿਸ ਦਾ ਮਤਲਬ ਹੁੰਦਾ ਇਕਨੋਮਿਕ ਸਟੇਟ ਆਫ ਵਰਲਡ, ਔਰ ਇਸ ਦਸ਼ਾ ਨੂੰ ਬਣਾਉਣ ਦਾ ਮਤਲਬ ਇਸ ਦਸ਼ਾ ਨੂੰ ਬਣਾਉਣ ਔਰ ਬਾਅਦ 'ਚ ਮੇਨਟੇਨ ਕਰਨ ਬਾਰੇ ਉਹ ਧਨ ਕੁਬੇਰਾਂ 'ਤੇ ਵਿਚਾਰ ਕਰਨ ਲੱਗਿਆ। ਇੱਥੇ ਧਨ ਕੁਬੇਰ ਕਿਹਾ ਗਿਆ ਹੈ ਅਮੀਰ ਲੋਕਾਂ ਨੂੰ। ਇਸ ਤੋਂ ਬਾਅਦ ਲੇਖਕ ਲਿਖਦਾ ਹੈ ਕਿ ਬਾਹਰੋਂ ਫਿਰ ਮੁਰਮੁਰਾ ਛੋਲੇ ਦਾ ਹੋਕਾ ਗੂੰਜਿਆ ਅਤੇ ਨਾਲ ਹੀ ਕਾਕੇ ਨੇ ਆਖਿਆ, ਤੱਕਾ ਦਿਓ ਵੀ ਨਾ ਦਾਰ ਜੀ। ਭਾਵ ਕਿ ਇੱਥੇ ਲੇਖਕ ਸਮਝਾ ਰਿਹਾ ਹੈ ਕਿ ਬਾਹਰੋਂ ਫਿਰ ਮੁਰਮੁਰੇ ਛੋਲੇ ਵੇਚਣ ਵਾਲਾ ਆਇਆ ਅਤੇ ਉਸਨੇ ਹੋਕਾ ਦਿੱਤਾ, ਜਿਸ ਨੂੰ ਸੁਣਦਿਆਂ ਹੀ ਉਸਦੇ ਕਾਕੇ ਨੇ ਉਸ ਤੋਂ ਫਿਰ ਤੋਂ ਦੁਬਾਰਾ ਤੋਂ ਟਕਾ ਮੰਗਣ ਦੀ ਜਿੱਦ ਕੀਤੀ। ਤੱਕਾ ਭੈੜਾ ਹੁੰਦਾ ਹੈ, ਮੈਂ ਹਾਲਾਤ ਤੋਂ ਪੈਦਾ ਹੋਈ ਬਦਹਵਾਸੀ ਵਿੱਚ ਕਿਹਾ। ਬਦਹਵਾਸੀ ਮੀਨਸ ਹੈਲਪਲੈਸਨੈਸ। ਭਾਵ ਕਿ ਇੱਥੇ ਲੇਖਕ ਆਪਣੇ ਕਾਕੇ ਨੂੰ ਜਵਾਬ ਦਿੰਦਾ ਹੋਇਆ ਕਹਿੰਦਾ ਹੈ ਕਿ ਟਕਾ ਭੈੜਾ ਹੁੰਦਾ ਹੈ। ਤੱਕਾ ਵੀ ਭੈੜਾ ਹੁੰਦਾ ਹੈ ਕਦੇ, ਤੱਕੇ ਨਾ ਤਾਂ ਮੁਰਮੁਰੇ ਆਉਂਦੇ ਆ। ਤਾਂ ਅੱਗੇ ਲੇਖਕ ਦਾ ਕਾਕਾ ਵਿਅੰਗ ਕਰਦਾ ਹੋਇਆ ਕਹਿੰਦਾ ਹੈ ਕਿ ਟਕਾ ਵੀ ਕਦੇ ਭੈੜਾ ਹੁੰਦਾ ਹੈ, ਇਸ ਦੇ ਤਾਂ ਮੁਰਮੁਰੇ ਆਉਂਦੇ ਹਨ। ਮੁਰਮੁਰਾ ਭੈੜਾ ਹੁੰਦਾ ਹੈ, ਮੈਂ ਆਖ ਕੇ ਬਾਕੀ ਗੱਲ ਹਜੇ ਮੇਰੇ ਮੂੰਹ ਵਿੱਚ ਹੀ ਸੀ ਕਿ ਕਾਕੇ ਨੇ ਕਿਹਾ ਕਿ ਮੁਰਮੁਰੇ ਤਾਂ ਮਿੱਠੇ ਹੁੰਦੇ ਹਨ। ਲੇਖਕ ਫਿਰ ਤੋਂ ਆਪਣੇ ਬੱਚੇ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕਹਿੰਦਾ ਹੈ ਕਿ ਮੁਰਮੁਰਾ ਭੈੜਾ ਹੁੰਦਾ ਹੈ, ਪਰ ਉਹ ਹਜੇ ਆਪਣੀ ਗੱਲ ਪੂਰੀ ਹੀ ਨਹੀਂ ਕਰ ਪਾਇਆ ਸੀ ਕਿ ਇਸ ਤੋਂ ਪਹਿਲਾਂ ਉਸ ਦਾ ਕਾਕਾ ਜਵਾਬ ਦਿੰਦਾ ਹੈ ਕਿ ਮੁਰਮੁਰਾ ਤਾਂ ਮਿੱਠਾ ਹੁੰਦਾ ਹੈ। ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਦਲੀਲ ਮੀਨਸ ਆਰਗੂਮੈਂਟ। ਭਾਵ ਕਿ ਜੋ ਉਸਦੇ ਬੱਚੇ ਨੇ ਜਵਾਬ ਦਿੱਤਾ ਸੀ, ਇਸ ਦਾ ਉਹਦੇ ਕੋਲ ਕੋਈ ਉੱਤਰ ਨਹੀਂ ਸੀ। ਮੈਂ ਵੀ ਮਿੱਠੇ ਦਾ ਲੋਭੀ ਹਾਂ, ਭਾਵ ਕਿ ਉਸਨੂੰ ਮਿੱਠਾ ਚੰਗਾ ਲੱਗਦਾ ਸੀ, ਪਰ ਫਿਰ ਵੀ ਮੈਂ ਆਪਣੀ ਫੋਕੀ ਹਿਕਮਤ ਜਣਾਉਂਦਿਆਂ, ਹਿਕਮਤ ਹੁੰਦਾ ਵਾ ਦਲੇਰੀ, ਜੋ ਕਿ ਇੱਥੇ ਲਿਖਿਆ ਹੈ। ਫੋਕੀ ਹਿਕਮਤ ਮੀਨਸ ਝੂਠਾ ਦਿਖਾਵਾ। ਭਾਵ ਕਿ ਉਸਨੇ ਫਿਰ ਤੋਂ ਆਪਣੇ ਝੂਠੇ ਦਿਖਾਵੇ ਨੂੰ ਜਣਾਉਂਦਿਆਂ, ਭਾਵ ਕਿ ਜ਼ਾਹਰ ਕਰਦਿਆਂ ਕਿਹਾ ਕਿ ਮੁਰਮੁਰੇ ਨਾਲ ਖੰਘ ਲੱਗ ਜਾਂਦੀ ਹੈ ਬੱਚੋ, ਤੁਸੀਂ ਤੱਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਖੰਘ। ਤਾਂ ਅੱਗੋਂ ਲੇਖਕ ਦਾ ਬੱਚਾ ਜਵਾਬ ਦਿੰਦਾ ਹੈ ਕਿ ਤੁਸੀਂ ਮੈਨੂੰ ਟਕਾ ਦੇ ਦਿਓ, ਮੈਨੂੰ ਕੋਈ ਖੰਘ ਨਹੀਂ ਲੱਗਦੀ। ਮੁੰਡਾ ਮੱਛਰ ਦਾ ਜਾਪਦਾ ਸੀ। ਮੱਛਰ ਦਾ ਹੁੰਦਾ ਮਸਤੀ ਕਰਦਾ ਜਾਂ ਘਰਦਿਆਂ ਦੇ ਆਖੇ ਨਹੀਂ ਲੱਗਦਾ। ਟਕਾ ਮੇਰੇ ਕੋਲ ਨਹੀਂ ਸੀ ਅਤੇ ਮੈਂ ਕਾਕੇ ਨੂੰ ਟਾਲਣ ਲਈ ਉਸਨੂੰ ਪਤਾ ਨਹੀਂ ਕਿਉਂ ਕਹਿ ਦਿੱਤਾ ਕਿ ਖਬਰੇ ਕੋਈ ਵੱਡਾ ਲੋਭ ਦੇ ਕੇ ਭੁਲਾਉਣ ਲਈ ਮੁਰਮੁਰਾ ਗੰਦਾ ਹੁੰਦਾ ਹੈ, ਅਸੀਂ ਰਾਤੋਂ ਬਾਜ਼ਾਰੋਂ ਕੁਲਫੀ ਖਾਵਾਂਗੇ। ਤਾਂ ਲੇਖਕ ਦੇ ਬੱਚੇ ਦੇ ਨਾ ਮੰਨਣ ਉੱਤੇ ਉਹ ਉਸਨੂੰ ਉਸ ਤੋਂ ਵੱਡਾ ਲਾਲਚ ਦਿੰਦਾ ਹੈ ਕਿ ਆਪਾਂ ਮੁਰਮੁਰਾ ਨਹੀਂ ਖਾਵਾਂਗੇ, ਇਹ ਗੰਦਾ ਹੁੰਦਾ ਹੈ, ਔਰ ਰਾਤ ਨੂੰ ਬਾਹਰ ਜਾ ਕੇ ਕੁਲਫੀ ਖਾਵਾਂਗੇ। ਮੁਰਮੁਰੇ ਛੋਲਿਆਂ ਵਾਲਾ ਹੁਣ ਟਲ ਚੁੱਕਾ ਸੀ, ਭਾਵ ਕਿ ਦੂਰ ਜਾ ਚੁੱਕਾ ਸੀ। ਕਾਕਾ ਵੀ ਮੇਰੀ ਆਸ ਤੋਂ ਉਲਟ ਸ਼ਾਮੀ ਖਾਣਾ ਮੰਨ ਗਿਆ। ਆਸ ਮੀਨਸ ਉਮੀਦ। ਭਾਵ ਕਿ ਉਸਨੂੰ ਉਮੀਦ ਨਹੀਂ ਸੀ ਲੇਖਕ ਨੂੰ ਕਿ ਉਸ ਦਾ ਬੱਚਾ ਮੁਰਮੁਰੇ ਦੀ ਜਿੱਦ ਛੱਡ ਕੇ ਉਸਦੀ ਕੁਲਫੀ ਵਾਲੀ ਦਿੱਤੀ ਹੋਈ ਲਾਲਚ ਨੂੰ ਮੰਨ ਜਾਏਗਾ। ਸਮਝਿਆ ਬਲਾ ਟੱਲੀ। ਮੈਂ ਸੋਚਿਆ ਕਿਤੇ ਕੋਈ ਹੋਰ ਛਾਬੜੀ ਵਾਲਾ ਨਾ ਆ ਜਾਵੇ। ਛਾਬੜੀ ਹੁੰਦੀ ਆ, ਛਾਬੜੀ ਸ਼ਬਦ ਜੋ ਬਣਿਆ ਉਹ ਛਾਬੜੇ ਤੋਂ ਬਣਿਆ। ਛਾਬੜਾ ਉਹ ਬਰਤਨ ਹੁੰਦਾ ਹੈ ਜਿਸ ਦੇ ਵਿੱਚ ਆਪਾਂ ਰੋਟੀਆਂ ਲਪੇਟ ਕੇ ਰੱਖਦੇ ਹਾਂ। ਤਾਂ ਇੱਥੇ ਛਾਬੜੇ ਨੂੰ ਸਮਝਾਇਆ ਗਿਆ ਕਿ ਛਾਬੜੇ ਦੇ ਵਿੱਚ ਮੁਰਮੁਰੇ, ਛੋਲੇ ਔਰ ਪੂੜੇ ਪਾ ਕੇ ਜਿਸ ਤਰ੍ਹਾਂ ਲੋਕ ਬੱਚਿਆਂ ਨੂੰ ਵੇਚਦੇ ਸਨ। ਦੁਬਾਰਾ ਛਾਬੜੇ ਵਾਲਾ ਨਾ ਆ ਜਾਵੇ। ਸੋ ਮੈਂ ਕੱਪੜੇ ਪਾ ਕੇ ਕੜਕੜਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਅਤੇ ਸੜਕਾਂ 'ਤੇ ਸਮਾਂ ਕਤਲ ਕਰਦਾ ਰਿਹਾ। ਕੀਮਤੀ ਸਮਾਂ ਮੈਂ ਇੱਕ ਟਕੇ ਦੀ ਮੰਗ ਤੋਂ ਬਚਣ ਲਈ ਨਾਸ ਕਰ ਦਿੱਤਾ। ਤਾਂ ਇੱਥੇ ਲੇਖਕ ਸਮਝਾਉਂਦਾ ਹੈ ਕਿ ਉਸ ਦਾ ਬੱਚਾ ਦੁਬਾਰਾ ਉਸ ਨੂੰ ਟਕਾ ਮੰਗਣ ਲਈ ਤੰਗ ਨਾ ਕਰੇ, ਇਸ ਕਰਕੇ ਉਹ ਤੇਜ਼ ਧੁੱਪ ਦੇ ਵਿੱਚ ਹੀ ਕੱਪੜੇ ਪਾ ਕੇ ਬਾਹਰ ਨਿਕਲ ਗਿਆ। ਇਸ ਤੋਂ ਬਾਅਦ ਲੇਖਕ ਕਹਿੰਦਾ ਹੈ ਕਿ ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰਾ ਇਹਨੇ ਨਾਲ ਗੁਜ਼ਾਰਾ ਨਹੀਂ ਹੁੰਦਾ, ਪਰ ਸੁਣੇਗਾ ਕੌਣ। ਇਕੱਲੇ ਵੀ ਆਵਾਜ਼ ਭਾਵੇਂ ਕਿੱਡੀ ਉੱਚੀ ਹੋਵੇ ਸੁਣੀ ਨਹੀਂ ਜਾਂਦੀ। ਲੋੜਵੰਦ ਇਕੱਠੇ ਨਹੀਂ ਹੋ ਸਕਦੇ। ਲੋੜਵੰਦ ਮੀਨਸ ਜ਼ਰੂਰਤਮੰਦ ਜਾਂ ਜਿਨ੍ਹਾਂ ਨੂੰ ਜ਼ਰੂਰਤ ਹੋਵੇ। ਜੇ ਹੋ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ, ਜੋ ਇਕੱਠੀ ਮੰਗ ਕੀਤਿਆਂ ਕਈ ਵਾਰ ਨੌਕਰੀਆਂ ਜਵਾਬ ਹੋ ਜਾਂਦਾ ਹੈ। ਮੈਂ ਡਰ ਗਿਆ। ਬੇਰੁਜ਼ਗਾਰੀ ਦੇ ਭਿਆਨਕ ਮੀਨਸ ਫੀਅਰਫੁਲ ਭਵਿੱਖਤ ਨੇ ਮੈਨੂੰ ਕੰਬਾ ਦਿੱਤਾ। ਕਾਇਰਾਂ ਵਾਂਗ ਮੈਂ ਸਦਾ ਚੁੱਪ ਹੀ ਰਿਹਾ ਸਾਂ ਅਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ। ਤਾਂ ਇਹ ਪੂਰੀਆਂ ਪੰਕਤੀਆਂ ਵਿੱਚ ਲੇਖਕ ਸਮਝਾ ਰਿਹਾ ਕਿ ਪਹਿਲਾਂ ਆਪਣੇ ਮਾਲਕ ਨੂੰ ਜਾ ਕੇ ਪੁੱਛੇਗਾ ਕਿ ਉਸ ਦਾ ਇੰਨੀ ਤਨਖਾਹ ਵਿੱਚ ਗੁਜ਼ਾਰਾ ਨਹੀਂ ਹੁੰਦਾ, ਉਸ ਦੀ ਤਨਖਾਹ ਵਧਾ ਦਿਓ। ਪਰ ਫਿਰ ਉਸਨੂੰ ਇਹ ਲੱਗਦਾ ਹੈ ਕਿ ਉਹ ਇਕੱਲਾ ਹੈ ਔਰ ਇਕੱਲੇ ਬੰਦੇ ਦੀ ਕੋਈ ਗੱਲ ਨਹੀਂ ਸੁਣਦਾ। ਫਿਰ ਉਹ ਸੋਚਦਾ ਹੈ ਕਿ ਇਕੱਠੇ ਮੰਗ ਕਰਨੀ ਬੜੀ ਮੁਸ਼ਕਿਲ ਹੈ। ਅਗਰ ਲੋਕ ਪਹਿਲਾਂ ਤਾਂ ਇਕੱਠੇ ਨਹੀਂ ਹੁੰਦੇ ਔਰ ਅਗਰ ਇਕੱਠੇ ਹੋ ਜਾਣ ਤਾਂ ਫਿਰ ਉਹਨਾਂ ਨੂੰ ਜ਼ਿਆਦਾ ਦੇਰ ਤੱਕ ਇਕੱਠੇ ਰਹਿਣ ਨਹੀਂ ਦਿੱਤਾ ਜਾਂਦਾ। ਔਰ ਫਿਰ ਉਸਨੂੰ ਇਹ ਵੀ ਡਰ ਸਤਾ ਰਿਹਾ ਸੀਗਾ ਕਿ ਅਗਰ ਉਹ ਤਨਖਾਹ ਵਧਾਉਣ ਲਈ ਆਪਣੇ ਮਾਲਕ ਨੂੰ ਕਹੇਗਾ ਤਾਂ ਉਸਨੂੰ ਆਪਣੀ ਨੌਕਰੀ ਨਾਲ ਹੱਥ ਨਾ ਧੋਣਾ ਪੈ ਜਾਏ। ਔਰ ਬੇਰੁਜ਼ਗਾਰੀ ਅਤੇ ਡਰ ਤੋਂ ਉਹ ਇਹ ਖਿਆਲ ਵੀ ਤਿਆਗ ਦਿੰਦਾ ਹੈ ਅਤੇ ਉਹ ਕਹਿੰਦਾ ਹੈ ਕਿ ਕਾਇਰਾਂ ਵਾਂਗੂ ਸਦਾ ਹੀ ਚੁੱਪ ਰਹਿ ਜਾਂਦਾ ਹੈ। ਇਸ ਤੋਂ ਬਾਅਦ ਲੇਖਕ ਕਹਿੰਦਾ ਹੈ ਕਿ ਸ਼ਾਮੀ ਇਹ ਸਮਝ ਕੇ ਕਿ ਕਾਕਾ ਛੇਤੀ ਸੌਂ ਜਾਂਦਾ ਹੈ, ਮੈਂ ਦੱਬੇ ਪੈਰੀ ਘਰ ਪਹੁੰਚਿਆ। ਦੱਬੇ ਪੈਰੀ ਮੀਨਸ ਹੌਲੀ ਜਿਹੇ, ਜੋ ਕਿ ਇੱਥੇ ਵੀ ਲਿਖਿਆ ਹੈ। ਆਵਾਜ਼ ਨਾ ਮਾਰੀ
ਕੇਵਲ ਕੁੰਡਾ ਹੀ ਖੜਕਾਇਆ, ਉੱਤੋਂ ਹੀ ਆਵਾਜ਼ ਆਈ, ਦਾ ਜੀ ਆਇਆ ਜੇ। ਅਤੇ ਥੋੜ੍ਹੇ ਚਿਰ ਮਗਰੋਂ ਕਾਕੇ ਨੇ ਆਣ ਕੇ ਬੂਹਾ ਖੋਲ੍ਹਿਆ। ਭਾਵ ਕਿ ਲੇਖਕ ਆਪਣੇ ਬੱਚੇ ਤੋਂ ਬਚਦਾ ਹੋਇਆ ਘਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਵਾਸਤੇ ਉਹ ਕੁੰਡਾ ਖੜਕਾਉਂਦਾ ਹੈ, ਪਰ ਅੱਗੋਂ ਉਸ ਦਾ ਬੱਚਾ ਹੀ ਜਵਾਬ ਦਿੰਦਾ ਹੈ ਕਿ ਮੈਂ ਨੀਚੇ ਆਉਂਦਾ ਹਾਂ ਔਰ ਦਰਵਾਜ਼ਾ ਖੋਲ੍ਹਦਾ ਹਾਂ। ਔਰ ਇਸ ਤੋਂ ਅੱਗੇ ਲੇਖਕ ਦਾ ਬੱਚਾ ਪੁੱਛਦਾ ਹੈ, ਦਾ ਜੀ ਕੁਲਫੀ ਖਾਣ ਜਾਣਾ ਜੇ। ਉਸਨੇ ਆਸ ਭਰਪੂਰ ਲਹਿਜੇ ਵਿੱਚ ਪੁੱਛਿਆ ਕਿ ਉਸਨੇ ਬੜੀ ਉਮੀਦ ਲਗਾ ਕੇ ਆਪਣੇ ਪਿਤਾ ਨੂੰ ਪੁੱਛਿਆ ਕਿ ਆਪਾਂ ਕੁਲਫੀ ਖਾਣ ਚੱਲੀਏ। ਚੱਲ ਉੱਤੇ ਚੱਲ, ਮੈਂ ਕਿਹਾ। ਇਸ ਤੋਂ ਬਾਅਦ ਲੇਖਕ ਜਵਾਬ ਦਿੰਦਾ ਹੈ ਕਿ ਮੈਂ ਉਸਨੂੰ ਉੱਤੇ ਜਾਣ ਦਾ ਨਿਰਦੇਸ਼ ਦਿੱਤਾ। ਕਾਕਾ ਨਿਮੋਝਣਾ ਹੋ ਕੇ ਅੱਗੇ ਤੁਰ ਗਿਆ। ਨਿਮੋਝਣਾ ਮੀਨਸ ਨਿਰਾਸ਼ ਹੋ ਕੇ ਅੱਗੇ ਤੁਰਿਆ। ਮੰਜੇ 'ਤੇ ਬੈਠ ਕੇ ਕਾਕੇ ਨੂੰ ਮੈਂ ਗੋਦ ਵਿੱਚ ਲੈ ਲਿਆ ਅਤੇ ਪਿਆਰ ਨਾਲ ਕਿਹਾ, ਹੁਣ ਰਾਤ ਪੈ ਗਈ ਹੈ, ਕੁਲਫੀ ਕੱਲ੍ਹ ਖਾਵਾਂਗੇ। ਮਾਮੂਲ ਤੋਂ ਉਲਟ ਕਾਕਾ ਚੁੱਪ ਹੋ ਗਿਆ। ਮਾਮੂਲ ਮੀਨਸ ਰੋਜ਼ਮਰਾ ਦੀਆਂ ਆਦਤਾਂ ਤੋਂ ਉਲਟ। ਕਿੰਨਾ ਚਿਰ ਅਸਮਾਨ ਵੱਲ ਤੱਕ ਕੇ ਸੋਚਦਾ ਰਿਹਾ, ਫਿਰ ਆਖਣ ਲੱਗਾ, ਦਾ ਜੀ ਤਾਰੇ ਪਈਏ ਹੁੰਦੇ ਨੇ ਨਾ, ਵੱਡਾ ਭਾ ਆਖਦਾ ਸੀ। ਭਾਵ ਕਿ ਇੱਥੇ ਲੇਖਕ ਦਾ ਬੱਚਾ ਇਹ ਕਹਿ ਰਿਹਾ ਹੈ ਕਿ ਉਸਨੂੰ ਉਸਦੇ ਵੱਡੇ ਭਰਾ ਨੇ ਆਖਿਆ ਸੀ ਕਿ ਜੋ ਤਾਰੇ ਹੁੰਦੇ ਹਨ ਅਸਮਾਨ ਵਿੱਚ, ਉਹ ਰੁਪਈਏ ਹੁੰਦੇ ਹਨ। ਇਸ ਤੋਂ ਅੱਗੇ ਲੇਖਕ ਦਾ ਬੱਚਾ ਕਹਿੰਦਾ ਹੈ ਕਿ ਭਾ ਆਖਦੇ ਸੀ ਤਾਰੇ ਪਈਏ ਹੁੰਦੇ ਨੇ, ਅਤੇ ਦਾ ਜੀ ਸਾਰੇ ਪਈਏ ਸਾਡੇ ਕੋਠੇ 'ਤੇ ਕਿਉਂ ਨਹੀਂ ਵਰ ਪੈਂਦੇ। ਇਸ ਤੋਂ ਭਾਵ ਕਿ ਬੱਚਾ ਆਪਣੀ ਮਾਸੂਮੀਅਤ ਵਿੱਚ ਕਹਿੰਦਾ ਹੈ ਕਿ ਤਾਰੇ ਰੁਪਈਏ ਹੁੰਦੇ ਹਨ, ਔਰ ਅਗਰ ਇਹ ਰੁਪਈਏ ਹੁੰਦੇ ਹਨ ਤਾਂ ਇਹ ਸਾਰੇ ਆਪਣੇ ਕੋਠੇ ਭਾਵ ਕਿ ਆਪਣੀ ਛੱਤ ਉੱਤੇ ਕਿਉਂ ਨਹੀਂ ਵਰ ਪੈਂਦੇ। ਤਾਂ ਇਹਨਾਂ ਪੰਕਤੀਆਂ ਵਿੱਚ ਲੇਖਕ ਸਮਝਾਉਂਦਾ ਹੈ ਕਿ ਜਦੋਂ ਉਹ ਆਪਣੇ ਬੱਚੇ ਨੂੰ ਜਵਾਬ ਦਿੰਦਾ ਹੈ ਕਿ ਉਹ ਉੱਪਰ ਚੱਲ, ਉਸ ਤੋਂ ਬਾਅਦ ਉਸ ਦਾ ਬੱਚਾ ਨਿਰਾਸ਼ ਹੋ ਕੇ ਉੱਪਰ ਚਲਾ ਜਾਂਦਾ ਹੈ, ਪਰ ਕੁਲਫੀ ਮੰਗਣ ਦੀ ਜਿੱਦ ਨਹੀਂ ਕਰਦਾ, ਜਿਸ ਦੇ ਜਵਾਬ ਵਿੱਚ ਉਹ ਉਸਨੂੰ ਆਪਣੀ ਗੋਦ ਵਿੱਚ ਬਿਠਾ ਕੇ ਪਿਆਰ ਨਾਲ ਕਹਿੰਦਾ ਹੈ ਕਿ ਆਪਾਂ ਕੁਲਫੀ ਕੱਲ੍ਹ ਖਾਣ ਜਾਵਾਂਗੇ। ਫਿਰ ਉਹ ਨੀਚੇ ਲੇਟ ਕੇ ਅਸਮਾਨ ਦੇ ਨੀਚੇ ਲੇਟ ਕੇ ਤਾਰਿਆਂ ਨੂੰ ਪੈਸੇ ਹੋਣ ਦੀ ਆਪਣੀ ਮਾਸੂਮ ਜੀ ਗੱਲ ਕਰਦਾ ਹੈ। ਇਸ ਤੋਂ ਅੱਗੇ ਲੇਖਕ ਕਹਿੰਦਾ ਹੈ ਕਿ ਮੈਂ ਇਹ ਆਖ ਕੇ ਤਾਰੇ ਰੁਪਈਏ ਨਹੀਂ ਹੁੰਦੇ, ਮਾਨੋ ਉਸ ਦਾ ਸੁਰਗ ਹੀ ਢਾਹ ਛੱਡਿਆ। ਉਹ ਮੰਜੇ 'ਤੇ ਲੇਟ ਗਿਆ ਅਤੇ ਆਸਮਾਨ ਵੱਲ ਦੇਖਦਾ ਆਖਿਰ ਸੌਂ ਗਿਆ। ਭਾਵ ਇੱਥੇ ਲੇਖਕ ਆਪਣੇ ਕਾਕੇ ਨੂੰ ਜਵਾਬ ਦਿੰਦਾ ਹੈ ਕਿ ਤਾਰੇ ਰੁਪਈਏ ਨਹੀਂ ਹੁੰਦੇ, ਔਰ ਇਸ ਨਾਲ ਉਸਦੀ ਮਾਸੂਮ ਦੀ ਉਮੀਦ ਟੁੱਟ ਜਾਂਦੀ ਹੈ ਅਤੇ ਉਹ ਸੌਂ ਜਾਂਦਾ ਹੈ। ਦੂਸਰੇ ਦਿਨ ਕੰਮ 'ਤੇ ਮੈਂ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਹਿਆ ਨਹੀਂ ਸੀ ਪੈਂਦਾ। ਹਿਆ ਮੀਨਸ ਹੌਸਲਾ ਜਾਂ ਹਿੰਮਤ। ਮੰਗਣਾ ਬਹੁਤ ਔਖਾ ਹੈ, ਮੌਤ ਜਿੰਨਾ ਦੁੱਖ ਹੁੰਦਾ ਹੈ ਮੰਗਣ ਵਿੱਚ। ਇੱਥੇ ਲੇਖਕ ਸਮਝਾ ਰਿਹਾ ਕਿ ਉਹ ਮੰਗਣ ਦੀ ਕੋਸ਼ਿਸ਼ ਤਾਂ ਕਰਦਾ ਆਪਣੇ ਸਾਥੀਆਂ ਤੋਂ, ਪਰ ਉਸਨੂੰ ਹਿੰਮਤ ਨਹੀਂ ਪੈਂਦੀ, ਕਿਉਂਕਿ ਉਸਨੂੰ ਮੰਗਣਾ ਮੌਤ ਦੇ ਸਮਾਨ ਲੱਗਦਾ ਸੀ। ਅਖੀਰ ਇੱਕ ਸਾਥੀ ਕੋਲੋਂ 3 ਰੁਪਏ ਲੈ ਹੀ ਲਏ। ਜਦੋਂ ਘਰ ਆਇਆ, ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ। ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ 3 ਰੁਪਏ ਮੁੱਛ ਲਏ। ਮੁੱਛਲੇ ਦਾ ਭਾਵ ਹੁੰਦਾ ਹੈ ਲੈ ਲਏ। ਅੱਧ ਮਣ ਲੱਕੜੀਆਂ ਮੀਨਸ ਲਗਭਗ 20 ਕਿਲੋ ਦੀਆਂ ਲੱਕੜਾਂ, ਸ਼ਾਮ ਦੀ ਸਬਜ਼ੀ, ਲੂਣ ਦਾ ਮਤਲਬ ਨਮਕ, ਤੇਲ ਆਦਿ ਵਿੱਚ ਕਾਕੇ ਦੇ ਜਾਗਣ ਤੋਂ ਪਹਿਲਾਂ ਹੀ 3 ਰੁਪਏ ਮੁੱਕ ਗਏ। ਮੈਂ ਕਿਹਾ ਵੀ ਕਿ ਕਾਕੇ ਨੂੰ ਕੁਲਫੀ ਖਵਾਉਣੀ ਹੈ, ਪਰ ਉਹਨਾਂ ਕਹਿ ਛੱਡਿਆ ਕਿ ਬੜਾ ਯਾਦ ਰਹਿਣਾ ਹੈ ਉਸਨੂੰ। ਮੈਂ ਟਕਾ ਦੇ ਛੱਡਾਂਗੀ ਮੁਰਮੁਰੇ ਲਈ। ਤਾਂ ਇਸ ਪੂਰੀਆਂ ਪੰਕਤੀਆਂ ਵਿੱਚ ਲੇਖਕ ਸਮਝਾ ਰਿਹਾ ਕਿ ਉਹ ਕਿਸੇ ਕੋਲੋਂ 3 ਰੁਪਏ ਉਧਾਰ ਫੜ ਲੈਂਦਾ ਹੈ ਔਰ ਸੋਚਦਾ ਹੈ ਕਿ ਅੱਜ ਉਹ ਆਪਣੇ ਬੱਚੇ ਨੂੰ ਕੁਲਫੀ ਖਵਾਏਗਾ, ਪਰ ਜਿਉਂ ਹੀ ਉਹ ਘਰ ਪਹੁੰਚਦਾ ਹੈ ਤਾਂ ਉਸਦੀ ਸ਼੍ਰੀਮਤੀ ਭਾਵ ਕਿ ਉਸਦੀ ਪਤਨੀ ਉਸ ਤੋਂ ਘਰ ਦੀ ਸਮੱਗਰੀ ਵਾਸਤੇ ਪੈਸੇ ਲੈ ਲੈਂਦੀ ਹੈ। ਮਤਲਬ ਉਹ ਜੋ ਸਾਰੇ ਪੈਸੇ ਆਪਣੇ ਕਾਕੇ ਨੂੰ ਕੁਲਫੀ ਦੇਣ ਲਈ ਉਧਾਰ 'ਚ ਲੈ ਕੇ ਆਏ ਸੀ, ਉਹ ਸਾਰਿਆਂ ਦੀ ਸਮੱਗਰੀ ਹੀ ਲੈ ਲਈ ਜਾਂਦੀ ਘਰ ਦੀ, ਜਿਸ ਦੇ ਜਵਾਬ ਵਿੱਚ ਲੇਖਕ ਕਹਿੰਦਾ ਹੈ ਕਿ ਉਹ ਇਹ ਪੈਸੇ ਕਾਕੇ ਨੂੰ ਕੁਲਫੀ ਖਵਾਉਣ ਵਾਸਤੇ ਲਿਆਇਆ, ਜਿਸ ਦੇ ਜਵਾਬ ਵਿੱਚ ਉਸਦੀ ਘਰਵਾਲੀ ਕਹਿੰਦੀ ਹੈ ਕਿ ਉਹ ਉਸਨੂੰ 1 ਟਕਾ ਦੇ ਦੇਵੇਗੀ ਤਾਂ ਜੋ ਉਹ ਮੁਰਮੁਰਾ ਲੈ ਸਕੇ ਔਰ ਕੁਲਫੀ ਦੀ ਜਿੱਦ ਛੱਡ ਦੇ। ਇਸ ਤੋਂ ਗਾਂਹ ਲੇਖਕ ਸਮਝਾਉਂਦਾ ਹੈ ਕਿ ਕਾਕੇ ਜਾਗਦਿਆਂ ਹੀ ਕੁਲਫੀ ਮੰਗੀ, ਚੀਕ ਚਿਹਾੜਾ ਪੈ ਗਿਆ। ਕੱਲ੍ਹ ਵਾਲਾ ਮੁਰਮੁਰਾ ਅਤੇ ਟਕਾ ਉਸ ਨੂੰ ਮਨਜ਼ੂਰ ਨਹੀਂ ਸਨ। ਭਾਵ ਕਿ ਇਸ ਤੋਂ ਬਾਅਦ ਲੇਖਕ ਸਮਝਾਉਂਦਾ ਹੈ ਕਿ ਜਿਉਂ ਹੀ ਉਸਦਾ ਕਾਕਾ ਜਾਗਿਆ ਤਾਂ ਉਸਨੇ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ ਔਰ ਹੁਣ ਉਸਨੇ ਕੁਲਫੀ ਖਾਣ ਦੀ ਹੀ ਜਿੱਦ ਫੜ ਲਈ। ਉਸਨੂੰ ਹੁਣ ਮੁਰਮੁਰਾ ਅਤੇ ਟਕਾ ਨਹੀਂ ਚਾਹੀਦਾ ਸਨ। ਆਖਿਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਅਤੇ ਕਾਕੇ ਨੇ ਟਕਾ ਮੇਰੇ ਕੋਲ ਜਮ੍ਹਾਂ ਕਰਵਾ ਦਿੱਤਾ। ਭਾਵ ਕਿ ਕਾਕੇ ਨੇ ਆਪਣੀ ਜਿੱਦ ਛੱਡ ਕੇ ਜਦੋਂ ਲੇਖਕ ਨੇ ਉਸਨੂੰ ਵਾਅਦਾ ਕੀਤਾ ਕਿ ਉਸਨੂੰ ਸ਼ਾਮ ਨੂੰ ਕੁਲਫੀ ਖਵਾਉਣ ਲੈ ਕੇ ਜਾਏਗਾ, ਉਸਨੂੰ ਟਕਾ ਵਾਪਸ ਦੇ ਦਿੱਤਾ। ਇੱਥੇ ਇੱਕ ਸ਼ਬਦ ਆਉਂਦਾ ਹੈ ਵਾਅਦਾ, ਜਿਸ ਦਾ ਮਤਲਬ ਹੁੰਦਾ ਹੈ ਪ੍ਰੋਮਿਸ। ਸ਼ਾਮ ਤੋਂ ਪਹਿਲੇ ਹੀ ਮੈਂ ਖੇਡਣ ਦਾ ਬਹਾਨਾ ਲਾ ਕੇ ਨਿਕਲ ਗਿਆ ਅਤੇ ਦੇਰ ਰਾਤ ਗੁਜ਼ਰੀ ਮੁੜਿਆ। ਰਾਤ ਗੁਜ਼ਰੀ ਮੀਨਸ ਬੀਤ ਗਈ। ਅਤੇ ਭਾਵ ਕਿ ਉਹ ਉਸਨੂੰ ਕੁਲਫੀ ਨਾ ਖਵਾਉਣੀ ਪਏ, ਫਿਰ ਤੋਂ ਉਹ ਸ਼ਾਮ ਤੋਂ ਪਹਿਲੇ ਹੀ ਘਰੋਂ ਬਾਹਰ ਨਿਕਲ ਗਿਆ ਔਰ ਦੇਰ ਰਾਤ ਨੂੰ ਵਾਪਸ ਆਇਆ। ਕਾਕੇ ਨੂੰ ਸੁੱਤਾ ਦੇਖ ਕੇ ਸਾਹ ਵਿੱਚ ਸਾਹ ਆਇਆ। ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ ਦੱਸਿਆ ਕਿ ਕਾਕਾ ਬੜਾ ਚਿਰ ਮੈਨੂੰ ਉਡੀਕਦਾ ਰਿਹਾ। ਉਡੀਕਦਾ ਮੀਨਸ ਵੇਟਡ। ਮੈਂ ਕਾਕੇ ਦੇ ਨਾਲ ਲੰਮਾ ਪਿਆ, ਬੜਾ ਬੇਚੈਨ ਰਿਹਾ। ਨੀਂਦ ਆਉਂਦੀ ਹੀ ਨਹੀਂ ਸੀ, ਪਰ ਅਖੀਰ ਪਤਾ ਨਹੀਂ ਕਦੋਂ ਨੀਂਦ ਆ ਗਈ। ਨੀਂਦ 'ਤੇ ਆਖਦੇ ਨੇ ਕਿ ਸੂਲਾਂ 'ਤੇ ਵੀ ਪੈ ਜਾਂਦੀ ਹੈ। ਇੱਥੇ ਲੇਖਕ ਆਪਦੇ ਆਪ ਨੂੰ ਸੰਬੋਧਨ ਕਰਦਾ ਹੈ, ਕਹਿੰਦਾ ਹੈ ਕਿ ਜਦੋਂ ਬੰਦਾ ਥੱਕਿਆ ਹੋਵੇ ਤਾਂ ਉਸਨੂੰ ਸੂਲਾਂ ਭਾਵ ਕੰਢਿਆਂ 'ਤੇ ਵੀ ਨੀਂਦ ਆ ਜਾਂਦੀ ਹੈ।
ਤਾਂ ਇੱਥੇ ਅਗਲੀਆਂ ਪੰਕਤੀਆਂ ਲੇਖਕ ਸਮਝਾਉਂਦਾ ਹੈ ਕਿ ਜਦੋਂ ਘਰ ਪਹੁੰਚਦਾ ਤਾਂ ਉਸਦਾ ਕਾਕਾ ਸੌਂ ਚੁੱਕਿਆ ਸੀ ਔਰ ਉਸਦੀ ਪਤਨੀ ਉਸ ਨੂੰ ਦੱਸਦੀ ਹੈ ਕਿ ਕਾਕੇ ਨੇ ਕੁਲਫੀ ਖਾਣ ਦੀ ਬੜੀ ਜਿੱਦ ਕੀਤੀ ਔਰ ਇਹ ਜਿੱਦ ਕਰਦਾ ਕਰਦਾ ਹੀ ਸੌਂ ਗਿਆ। ਤਾਂ ਇਸ ਦੇ ਬਾਅਦ ਉਹ ਆਪਣੇ ਬੱਚੇ ਦੇ ਨਾਲ ਲੇਟ ਗਿਆ ਔਰ ਪਰ ਉਹ ਉਸ ਨੂੰ ਆਰਾਮ ਨਹੀਂ ਮਿਲ ਰਿਹਾ, ਉਹ ਬੜਾ ਬੇਚੈਨ ਸੀ। ਇਸ ਤੋਂ ਬਾਅਦ ਲਿਖਿਆ ਹੈ ਕਿ ਅੱਧੀ ਰਾਤ ਮਗਰੋਂ ਦਾ ਵੇਲਾ ਸੀ, ਭਾਵ ਕਿ ਮਿਡਨਾਈਟ ਦਾ ਟਾਈਮ ਸੀ। ਕਾਕਾ ਕੁਝ ਸੁੱਤਾ ਬੇਚੈਨ ਜਾਪਦਾ ਸੀ। ਉਸਨੇ 2-3 ਵਾਰੀ ਢਿੱਡ ਵਿੱਚ ਲੱਤਾਂ ਮਾਰੀਆਂ। ਢਿੱਡ ਹੁੰਦਾ ਪੇਟ, ਭਾਵ ਕਿ ਉਸਦਾ ਬੱਚਾ ਬੇਚੈਨ ਹੋ ਕੇ ਨੀਂਦ ਵਿੱਚ ਆਪਣੇ ਬਾਪ ਦੇ ਲੱਤਾਂ ਮਾਰ ਰਿਹਾ ਸੀ। ਹੁਣ ਉਸਨੇ ਬਾਂਹ ਉਲਟਾ ਕੇ ਮੇਰੇ ਮੂੰਹ 'ਤੇ ਮਾਰੀ, ਭਾਵ ਕਿ ਅੰਤ ਵਿੱਚ ਉਸਨੇ ਪਾਸਾ ਲਿਆ ਅਤੇ ਪਾਸਾ ਲੈਣ ਦੇ ਸਮੇਂ ਉਸਦੀ ਬਾਂਹ ਲੇਖਕ ਦੇ ਮੂੰਹ 'ਤੇ ਵੱਜੀ। ਜਾਗਿਆ ਤਾਂ ਮੈਂ ਅੱਗੇ ਹੀ ਹੋਇਆ ਸੀ, ਹੁਣ ਚੇਤਨ ਹੋ ਗਿਆ। ਚੇਤਨ ਮੀਨਸ ਅਲਰਟ। ਕਾਕਾ ਕੁਝ ਬੁੜਬੁੜਾਉਣ ਦਾ ਮਤਲਬ ਹੁੰਦਾ ਮੂੰਹ ਦੇ ਵਿੱਚ ਕੁਝ ਕਿਹਾ ਉਸਨੇ। ਮੈਨੂੰ ਕੁਝ ਪਤਾ ਨਾ ਲੱਗਾ। ਫਿਰ ਉੱਚੀ ਉੱਚੀ ਬੁੜਬੁੜਾਇਆ, ਕੂਫੀ ਦਾ ਜੀ ਕੌਫੀ। ਮੈਂ ਬੇਬਲ ਹੋ ਉੱਠਿਆ। ਬੇਬਲ ਦਾ ਅਰਥ ਹੁੰਦਾ ਹੈ ਰੋਣ, ਵਿਆਕੁਲ। ਸਰਦਾਰ ਜੀ ਜਾਗਦੇ ਹੋ, ਸ਼੍ਰੀਮਤੀ ਜੀ ਨੇ ਆਖਿਆ। ਅਤੇ ਇਹ ਜਾਣ ਕੇ ਮੈਂ ਜਾਗਦਾ ਹਾਂ, ਉਸਨੇ ਜਾਰੀ ਰੱਖਿਆ, ਖਾਸਮਾ ਖਾਣਾ ਸੁੱਤਾ ਪਿਆ ਵੀ ਕੁਲਫੀਆਂ ਮੰਗਦਾ। ਮੇਰੇ 'ਤੇ ਮਾਨੋ ਬਿਜਲੀ ਪੈ ਗਈ। ਮੈਂ ਚੁੱਪ ਰਿਹਾ ਅਤੇ ਕਾਕਾ ਵੀ ਚੁੱਪ ਹੋ ਗਿਆ। ਤਾਂ ਇਹਨਾਂ ਪੂਰੀਆਂ ਪੰਕਤੀਆਂ ਸਮਝਾ ਰਿਹਾ ਕਿ ਅੱਧੀ ਰਾਤ ਦੇ ਸਮੇਂ ਦਾ ਟਾਈਮ ਸੀ। ਉਸ ਦੇ ਬਾਅਦ ਲੇਖਕ ਦਾ ਬੱਚਾ ਬੇਚੈਨ ਹੋ ਰਿਹਾ ਸੀ ਔਰ ਬੇਚੈਨ ਹੁੰਦੇ ਨੇ ਅਖੀਰ 'ਤੇ ਉਸਨੇ ਬੁੜਬੁੜਾਉਣਾ ਸ਼ੁਰੂ ਕੀਤਾ ਕਿ ਉਸ ਨੂੰ ਕੁਲਫੀ ਚਾਹੀਦੀ ਹੈ। ਤਾਂ ਇਹ ਗੱਲ ਸੁਣ ਕੇ ਲੇਖਕ ਹੋਰ ਜ਼ਿਆਦਾ ਬੇਚੈਨ ਹੋ ਜਾਂਦਾ ਹੈ ਔਰ ਉਸ ਦੇ ਬਾਅਦ ਉਸਦੀ ਪਤਨੀ ਉਸ ਨੂੰ ਆ ਕੇ ਪੁੱਛਦੀ ਹੈ ਕਿ ਉਹ ਜਾਗਦੇ ਹਨ ਔਰ ਉਹਨਾਂ ਨੂੰ ਜਾਗਦੇ ਹੋਇਆਂ ਹੀ ਸਮਝ ਕੇ ਉਹ ਅੱਗੇ ਬੋਲਣ ਲੱਗ ਜਾਂਦੀ ਹੈ ਕਿ ਇਹ ਹਜੇ ਵੀ ਕੁਲਫੀ ਦੀ ਜਿੱਦ ਨਹੀਂ ਛੱਡ ਰਿਹਾ। ਅਤੇ ਲੇਖਕ ਅਖੀਰ ਵਿੱਚ ਚੁੱਪ ਕਰਕੇ ਪਿਆ ਰਹਿੰਦਾ ਹੈ ਔਰ ਹੌਲੀ ਹੌਲੀ ਉਸਦਾ ਕਾਕਾ ਵੀ ਚੁੱਪ ਹੋ ਜਾਂਦਾ ਹੈ। ਇਸ ਤੋਂ ਅੱਗੇ ਲੇਖਕ ਲਿਖਦਾ ਹੈ ਕਿ ਸਵੇਰੇ ਜਾਗ ਕੇ ਕਾਕੇ ਨੇ ਕੁਲਫੀ ਦੀ ਮੰਗ ਕੋਈ ਨਾ ਕੀਤੀ, ਭਾਵ ਕਿ ਉਸਨੇ ਆਪਣੀ ਕੁਲਫੀ ਦੀ ਮੰਗ ਜਿੱਦ ਛੱਡਤੀ। ਮੈਂ ਕੰਮ ਤੋਂ ਮੁੜ ਕੇ ਆਉਂਦਿਆਂ ਵੀ ਉਸਨੇ ਮੈਥੋਂ ਕੁਛ ਨਾ ਮੰਗਿਆ। ਰੋਟੀ ਖਾ ਕੇ ਮੈਂ ਦੁਪਹਿਰ ਦੀ ਨੀਂਦ ਲੈਣ ਲਈ ਲੇਟ ਗਿਆ ਉਸ ਚੁਭਣ ਵਾਲੀ ਸੱਫ ਉੱਤੇ, ਭਾਵ ਕਿ ਉਹ ਫਿਰ ਤੋਂ ਲੇਖਕ ਉਸ ਚੁਭਣ ਵਾਲੀ ਚਟਾਈ ਦੇ ਉੱਤੇ ਲਟ ਗਿਆ ਅਤੇ ਹੁਦਾਰ ਨਾ ਲੈ ਲੈਣ ਦੀ ਸਫਲਤਾ 'ਤੇ ਝੁਰਦਾ ਰਿਹਾ। ਹੁਦਾਰ ਮੀਨਸ ਉਧਾਰ ਔਰ ਝੁਰਦਾ ਰਿਹਾ ਮੀਨਸ ਰੋਂਦਾ ਕਲਪਦਾ ਰਿਹਾ ਜਾਂ ਦੁਖੀ ਹੁੰਦਾ ਰਿਹਾ। ਤਾਂ ਇੱਥੇ ਇਹਨਾਂ ਪੰਕਤੀਆਂ ਲੇਖਕ ਸਮਝਾ ਰਿਹਾ ਕਿ ਉਹ ਘਰ ਵਾਪਸ ਸਵੇਰੇ ਉੱਠਦੇ ਸਾਰ ਉਸਦੇ ਕਾਕੇ ਨੇ ਕੁਲਫੀ ਦੀ ਕੋਈ ਜਿੱਦ ਨਹੀਂ ਕੀਤੀ ਔਰ ਜਦੋਂ ਘਰ ਵਾਪਸ ਆਇਆ ਤਾਂ ਵੀ ਉਸਨੇ ਕੋਈ ਜਿੱਦ ਨਹੀਂ ਕੀਤੀ। ਤਾਂ ਇਸ ਤੋਂ ਬਾਅਦ ਲੇਖਕ ਦੁਪਹਿਰ ਦੀ ਨੀਂਦ ਲੈਣ ਲਈ ਸੌਂ ਗਿਆ, ਪਰ ਉਹ ਉਦਾਹਰਨਾਂ ਲੈਣ ਦੀ ਅਸਫਲਤਾ ਵਿੱਚ ਬੜਾ ਕਲਪਦਾ ਰਿਹਾ। ਫਿਰ ਮੈਨੂੰ ਨੀਂਦ ਆ ਗਈ। ਮੇਰੀ ਨੀਂਦ ਹਲੇ ਅਧਵਾਟੇ ਵਿੱਚ ਹੀ ਸੀ ਕਿ ਭਾਵ ਹਜੇ ਉਸਦੀ ਨੀਂਦ ਅੱਧੀ ਹੀ ਪੂਰੀ ਹੋਈ ਸੀ ਕਿ ਇਹਨਾਂ ਨੂੰ ਗਲੀ ਵਿੱਚ ਕੁਲਫੀ ਵਾਲੇ ਨੇ ਹੋਕਾ ਦਿੱਤਾ, ਠੰਡੀ ਠਾਰ ਕੁਲਫੀ, ਮਜ਼ੇਦਾਰ ਕੁਲਫੀ। ਮੈਂ ਜਾਗ ਪਿਆ। ਕਾਕਾ ਮੇਰੇ ਲਾਗੇ, ਭਾਵ ਕਿ ਉਸਦੇ ਨਾਲ ਬੈਠਾ ਰਬੜ ਦੀ ਪਾਟੀ ਬੱਤਖ ਨਾਲ ਖੇਡ ਰਿਹਾ ਸੀ, ਭਾਵ ਕਿ ਉਹ ਰਬੜ ਦੀ ਬਣੀ ਹੋਈ ਫਟੀ ਹੋਈ ਬੱਤਖ ਨਾਲ ਖੇਡ ਰਿਹਾ ਸੀ। ਦੂਸਰੀ ਆਵਾਜ਼ 'ਤੇ ਉਸਦੇ ਕੰਨ ਖੜੇ ਹੋ ਗਏ, ਭਾਵ ਕਿ ਉਹ ਅਲਰਟ ਹੋ ਗਿਆ। ਬੱਤਖ ਨੂੰ ਸੁੱਟ ਕੇ ਉਹ ਉੱਠ ਖੜਾ ਹੋਇਆ। ਬੂਹੇ ਲਾਗੇ ਜਾ ਕੇ ਉਹ ਖੜਾ ਹੋ ਕੇ ਬਾਹਰ ਦੇਖਣ ਲੱਗ ਪਿਆ, ਭਾਵ ਕਿ ਇਹ ਸਾਰੇ ਪ੍ਰਸੰਗ ਦਾ ਵਰਣਨ ਕਰਦੇ ਹੋਏ ਲੇਖਕ ਦੱਸ ਰਿਹਾ ਕਿ ਪਹਿਲੇ ਉਸਦਾ ਕਾਕਾ ਬੈਠਾ ਬੱਤਖ ਨਾਲ ਖੇਡ ਰਿਹਾ ਸੀ, ਪਰ ਜਿਵੇਂ ਹੀ ਕੁਲਫੀ ਵਾਲੇ ਨੇ ਦੁਬਾਰਾ ਹੁੱਕਾ ਦਿੱਤਾ ਤਾਂ ਉਹ ਉੱਠ ਕੇ ਦਰਵਾਜ਼ੇ ਕੋਲ ਚਲਾ ਗਿਆ। ਫਿਰ ਲੇਖਕ ਕਹਿੰਦਾ ਹੈ ਕਿ ਮੈਂ ਸੋਚਿਆ ਹੁਣ ਮੈਨੂੰ ਜਗਾਉਣ ਆਵੇਗਾ, ਪਰ ਉਹ ਉੱਥੇ ਹੀ ਖੜਾ ਰਿਹਾ। ਫਿਰ ਉਹ ਬਾਹਰ ਤੁਰ ਗਿਆ, ਭਾਵ ਕਿ ਤੁਰ ਗਿਆ। ਮੈਂ ਛੋਪਲੀ ਉੱਠ ਕੇ ਬਾਹਰ ਬੂਹੇ ਓਲੇ ਜਾ ਖੜੋਤਾ। ਛੋਪਲੀ ਮੀਨਸ ਹੌਲੀ ਹੌਲੀ, ਭਾਵ ਕਿ ਲੇਖਕ ਹੌਲੀ ਹੌਲੀ ਦਬੇ ਪੈਰ ਜਾ ਕੇ ਬੂਹੇ ਦੇ ਓਲੇ, ਭਾਵ ਕਿ ਬੂਹੇ ਦੇ ਪਿਛਲੇ ਪਾਸੇ ਜਾ ਕੇ ਖੜਾ ਹੋ ਗਿਆ ਤਾਂ ਜੋ ਉਸਦਾ ਬੱਚਾ ਉਸਨੂੰ ਨਾ ਦੇਖ ਸਕੇ। ਕੁਲਫੀ ਵਾਲਾ ਸਾਹਮਣੇ ਸ਼ਾਹ ਜੀ ਦੇ ਲੜਕੇ ਨੂੰ ਕੁਲਫੀ ਕੱਢ ਕੇ ਦੇਣ ਦੇ ਆਹਰ ਵਿੱਚ ਸੀ, ਭਾਵ ਕਿ ਅੱਗੇ ਉਹ ਦੇਖਦਾ ਹੈ ਕਿ ਕੁਲਫੀ ਵਾਲਾ ਜੋ ਸੀ ਉਹ ਸ਼ਾਹਾਂ ਦੇ ਮੁੰਡੇ ਨੂੰ ਕੁਲਫੀ ਦੇਣ ਦੇ ਕੰਮ ਵਿੱਚ ਰੁੱਝਿਆ ਹੋਇਆ ਸੀ। ਆਹਰ ਮੀਨਸ ਕੰਮ। ਇਹ ਮੁੰਡਾ ਗਲੀ ਦਾ ਬਲੀ ਸੀ ਅਤੇ ਆਪਣੇ ਤੋਂ ਛੋਟੇ ਮੁੰਡਿਆਂ ਨੂੰ ਸਦਾ ਕੁੱਟਦਾ ਸੀ। ਬਲੀ ਮੀਨਸ ਉਹ ਬੁਲੀ ਟਾਈਪ ਦਾ ਮੁੰਡਾ ਸੀ, ਭਾਵ ਕਿ ਉਹ ਬਾਕੀ ਮੁੰਡਿਆਂ ਨੂੰ ਤੰਗ ਕਰਦਾ ਸੀ ਔਰ ਮਾਰਦਾ ਕੁੱਟਦਾ ਸੀ। ਇਹ ਕੋਈ 8 ਕੁ ਵਰ੍ਹਿਆਂ ਦਾ ਸੀ ਅਤੇ ਸਾਡੇ ਕਾਕੇ ਤੋਂ 3 ਕੁ ਸਾਲ ਵੱਡਾ ਸੀ। 8 ਵਰ੍ਹਿਆਂ ਦਾ ਮਤਲਬ ਕਿ ਉਸਦੀ ਉਮਰ 8 ਸਾਲ ਸੀ ਔਰ ਉਹ ਲਗਭਗ 3 ਸਾਲ ਉਸਦੇ ਬੱਚੇ ਤੋਂ ਉਮਰ ਵਿੱਚ ਵੱਡਾ ਸੀ। ਕਾਕਾ ਸਿਪਾਹੀਆਂ ਵਾਂਗ ਲੱਤਾਂ ਚੌੜੀਆਂ ਕਰਕੇ ਲੱਕ ਪਿੱਛੇ ਹੱਥ ਜੋੜੀ ਖੜਾ ਸੀ, ਭਾਵ ਕਿ ਇੱਥੇ ਲੇਖਕ ਦੱਸ ਰਿਹਾ ਕਿ ਉਸਦਾ ਬੱਚਾ ਕਿਸ ਪੋਜੀਸ਼ਨ ਵਿੱਚ ਖੜਾ ਸੀ। ਕੁਲਫੀ ਨਹੀਂ ਸੀ ਮੰਗੀ। ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ ਵਿੱਚ ਕੁਲਫੀ ਦੀ ਪਲੇਟ ਰੱਖੀ, ਕਾਕਾ ਧੁੱਸ ਦੇ ਕੇ ਉਸ ਨੂੰ ਪੈ ਗਿਆ। ਧੁੱਸ ਦੇ ਕੇ ਮੀਨਸ ਧੱਕਾ ਮਾਰ ਕੇ ਜ਼ਬਰਦਸਤੀ।
ਤਾਂ ਇੱਥੇ ਲੇਖਕ ਸਮਝਾ ਰਿਹਾ ਕਿ ਉਸਨੇ ਕੁਲਫੀ ਦੀ ਮੰਗ ਤਾਂ ਨਹੀਂ ਕੀਤੀ, ਪਰ ਜਿਵੇਂ ਹੀ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਕੁਲਫੀ ਦਿੱਤੀ ਤਾਂ ਕਾਕਾ ਸ਼ਾਹਾਂ ਦੇ ਮੁੰਡੇ ਦੇ ਮਗਰ ਪੈ ਗਿਆ। ਹੋ ਗਈ ਪਲੇਟ, ਹੋ ਗਈ ਕੁਲਫੀ, ਫਲੂਦਾ ਤੇ ਚਮਚਾ ਮੋਰੀ ਵਿੱਚ ਡਿੱਗਾ। ਸ਼ਾਹਾਂ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ। ਕੁਲਫੀ ਦਾ ਨੁਕਸਾਨ ਆਪਣੀ ਹੇਠੀ ਉਸਨੂੰ ਜਿਵੇਂ ਨਵਾਂ ਜੋਸ਼ ਦੇ ਰਹੀ ਸੀ। ਤਾਂ ਇਸ ਵਿੱਚ ਲੇਖਕ ਵਰਣਨ ਕਰਦਾ ਹੈ ਕਿ ਜਿਵੇਂ ਹੀ ਸ਼ਾਹ ਦੇ ਮੁੰਡੇ ਨੇ ਕੁਲਫੀ ਦਿੱਤੀ, ਸ਼ਾਹ ਦੇ ਮੁੰਡੇ ਨੂੰ ਕੁਲਫੀ ਮਿਲੀ ਤਾਂ ਉਸਦੇ ਕਾਕੇ ਨੇ ਧੱਕਾ ਮਾਰ ਕੇ ਕੁਲਫੀ ਉਸਦੇ ਸ਼ਾਹ ਦੇ ਮੁੰਡੇ ਦੇ ਹੱਥੋਂ ਸਟਵਾ ਦਿੱਤੀ, ਭਾਵ ਕਿ ਕੁਲਫੀ ਜ਼ਮੀਨ ਦੇ ਉੱਤੇ ਗਿਰ ਗਈ ਔਰ ਉਸਨੇ ਧੱਕਾ ਦੇ ਕੇ ਸ਼ਾਹ ਦੇ ਮੁੰਡੇ ਨੂੰ ਮੋਰੀ ਵਿੱਚ ਸਿੱਟ ਦਿੱਤਾ। ਮੋਰੀ ਇੱਥੇ ਨਾਲੀ ਨੂੰ ਕਿਹਾ ਗਿਆ ਹੈ। ਔਰ ਇਹਨਾਂ ਸਭ ਹੋਣ ਦੇ ਬਾਅਦ ਜਦ ਸ਼ਾਹ ਦਾ ਮੁੰਡਾ ਦੇਖਦਾ ਹੈ ਕਿ ਉਸਦੀ ਕੁਲਫੀ ਗਿਰ ਗਈ ਹੈ ਤਾਂ ਔਰ ਉਸ ਦਾ ਨੁਕਸਾਨ ਹੋ ਗਿਆ, ਉਸਦੀ ਹੇਠੀ ਭਾਵ ਕਿ ਉਸਦੀ ਬੇਇੱਜ਼ਤੀ ਹੋ ਗਈ ਹੈ। ਇਹ ਸਾਰਾ ਕੁਝ ਦੇਖਣ ਤੋਂ ਬਾਅਦ ਉਸਦੇ ਵਿੱਚ ਨਵਾਂ ਜੋਸ਼ ਭਰ ਜਾਂਦਾ ਹੈ। ਜਿਉਂ ਹੀ ਉਹ ਉੱਠਿਆ, ਕਾਕੇ ਨੇ ਫਿਰ ਉਸਨੂੰ ਇੱਕ ਐਸੀ ਢੁੱਡ ਮਾਰੀ ਕਿ ਉਹ ਫਿਰ ਮੋਰੀ ਵਿੱਚ ਜਾ ਪਿਆ ਅਤੇ ਚੀਕਾਂ ਮਾਰਨ ਲੱਗ ਪਿਆ। ਮਤਲਬ ਇੱਥੇ ਲੇਖਕ ਸਮਝਾ ਰਿਹਾ ਕਿ ਜਦੋਂ ਹੀ ਸ਼ਾਹ ਦੇ ਮੁੰਡੇ ਨੇ ਦੁਬਾਰਾ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਕਾਕੇ ਨੇ ਦੁਬਾਰਾ ਫਿਰ ਤੋਂ ਉਸਨੂੰ ਲੱਤ ਮਾਰ ਕੇ ਨਾਲੀ ਵਿੱਚ ਹੀ ਸੁੱਟ ਦਿੱਤਾ, ਜਿਸ ਦੇ ਬਾਅਦ ਉਹ ਰੋਣ ਲੱਗ ਪਿਆ। ਕੁਲਫੀ ਵਾਲੇ ਕਾਕੇ ਨੂੰ ਚਪੇੜ ਲੈ ਕੇ ਪਿਆ। ਮੈਂ ਨੱਸ ਕੇ ਕਾਕੇ ਨੂੰ ਚੁੱਕ ਲਿਆ। ਨੱਸ ਕੇ ਮੀਨਸ ਭੱਜ ਕੇ। ਇਸ ਤੋਂ ਬਾਅਦ ਲੇਖਕ ਦੱਸਦਾ ਹੈ ਕਿ ਡਿੱਗੇ ਹੋਏ ਚੀਕ ਚੰਗਿਆੜਾ ਮਾਰ ਰਹੇ ਸ਼ਾਹਾਂ ਦੇ ਮੁੰਡੇ ਨੂੰ ਉਹ ਫਿਰ ਚਪੇੜ ਨਾਲ ਕੁੱਟਣ, ਭਾਵ ਕਿ ਹੱਥ ਚੁੱਕ ਕੇ ਕੁੱਟਣ ਜਾ ਰਿਹਾ ਸੀ ਕਿ ਇੰਨੇ ਨੂੰ ਲੇਖਕ ਨੇ ਭੱਜ ਕੇ ਆਪਣੇ ਕਾਕੇ ਨੂੰ ਗੋਦ ਚੁੱਕ ਲਿਆ। ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਉਠਾ ਲਿਆ, ਭਾਵ ਕਿ ਕੁਲਫੀ ਵਾਲਾ ਜੋ ਕੁਲਫੀ ਦੇਣ ਆਇਆ ਸੀ ਉਸਨੇ ਸ਼ਾਹਾਂ ਦੇ ਮੁੰਡੇ ਨੂੰ ਨਾਲੀ ਵਿੱਚੋਂ ਕੱਢ ਲਿਆ। ਸ਼ਾਹਣੀ ਕਿਸੇ ਦਾ ਕੋਈ ਉਲਾਂਭਾ ਨਹੀਂ ਸੀ ਸੁਣਦੀ, ਭਾਵ ਕਿ ਇੱਥੇ ਲੇਖਕ ਦੱਸ ਰਿਹਾ ਹੈ ਕਿ ਸ਼ਾਹ ਦੀ ਪਤਨੀ ਕਿਸੇ ਦੀ ਕੋਈ ਕੰਪਲੇਂਟ ਨਹੀਂ ਸੁਣਦੀ। ਉਲਾਂਭਾ ਮੀਨਸ ਕੰਪਲੇਂਟ, ਜੋ ਕਿ ਇੱਥੇ ਲਿਖਿਆ ਜਾਏ ਸ਼ਿਕਾਇਤ। ਅੱਜ ਸਾਡੇ ਉਲਾਂਭਾ ਦੇਣ ਆਈ ਸੀ, ਭਾਵ ਕਿ ਉਹ ਸ਼ਿਕਾਇਤ ਲੈ ਕੇ ਲੇਖਕ ਦੇ ਘਰ ਆਈ ਸੀ। ਕਾਕੇ ਦਾ ਸਰੀਰ ਭਖ ਰਿਹਾ ਸੀ, ਭਾਵ ਕਿ ਉਹਨਾਂ ਦਾ ਕਾਕਾ ਹਜੇ ਵੀ ਗੁੱਸੇ ਵਿੱਚ ਸੀ। ਸ਼੍ਰੀਮਤੀ ਨੇ ਕਿਹਾ, ਆਹ ਖਸਮ ਖਾਣਿਆ, ਤੂੰ ਲੱਗਾ ਹੈ ਹੁਣ ਉਲਾਂਭੇ ਲਾਉਣ, ਭਾਵ ਕਿ ਇੱਥੇ ਲੇਖਕ ਦੱਸ ਰਿਹਾ ਕਿ ਉਸਦੀ ਪਤਨੀ ਉਸਦੇ ਕਾਕੇ ਨੂੰ ਡਾਂਟਦੀ ਹੋਈ ਕਹਿੰਦੀ ਹੈ ਕਿ ਤੂੰ ਸਾਡੇ ਲਈ ਸ਼ਿਕਾਇਤ ਲੈ ਕੇ ਆਇਆ ਹੈ, ਅਤੇ ਮਾਰਨ ਲਈ ਚਪੇੜ ਉਗਾਰੀ ਮੀਨਸ ਚੁੱਕੀ, ਔਰ ਉਸਨੂੰ ਮਾਰਨ ਲਈ ਉਸਨੇ ਹੱਥ ਚੁੱਕਿਆ। ਮੈਂ ਕਿਹਾ, ਕੁਝ ਵੰਡ ਸ਼ੁਦੈਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ ਹੈ। ਤਾਂ ਲੇਖਕ ਨੇ ਉਸਨੂੰ ਅੱਗੋਂ ਰੋਕਦੇ ਹੋਏ ਬਿਆਨ ਕਰਦੇ ਕਿਹਾ ਕਿ ਖੁਸ਼ੀ ਮਨਾ ਕਿ ਉਸ ਕਾਇਰ ਲੇਖਕ ਦੇ ਘਰੇ ਉਸਦਾ ਇੱਕ ਬਹਾਦਰ ਪੁੱਤਰ ਪੈਦਾ ਹੋਇਆ ਹੈ। ਹੁਣ ਇਸ ਤੋਂ ਅੱਗੇ ਆਪਾਂ ਪੜ੍ਹਾਂਗੇ ਕਹਾਣੀ ਦਾ ਸਾਰ ਦਾ ਮਤਲਬ ਹੁੰਦਾ ਨਿਚੋੜ। ਕੁਲਫੀ ਸਾਜਨ ਸਿੰਘ ਦੀ ਇੱਕ ਪ੍ਰਸਿੱਧ ਕਹਾਣੀ ਹੈ। ਪ੍ਰਸਿੱਧ ਮਤਲਬ ਫੇਮਸ। ਮਹੀਨੇ ਦੇ ਆਖਰੀ ਦਿਨਾਂ ਵਿੱਚ ਕੁਝ ਪੈਸੇ ਮੁੱਕ ਜਾਣ 'ਤੇ ਕਥਾਵਾਚਕ ਦੁਖੀ ਹੈ। ਬਾਹਰ ਕੁਲਫੀ ਵਾਲੇ ਦਾ ਹੋਕਾ ਉਸ ਨੂੰ ਪਰੇਸ਼ਾਨ ਕਰ ਦਿੰਦਾ ਹੈ, ਭਾਵ ਕਿ ਕੁਲਫੀ ਵਾਲਾ ਜੋ ਆਵਾਜ਼ ਦੇ ਕੇ ਬੁਲਾਉਂਦਾ ਹੈ ਉਹ ਆਵਾਜ਼ ਉਸ ਨੂੰ ਪਰੇਸ਼ਾਨ ਕਰ ਦਿੰਦੀ ਹੈ, ਕਿਉਂਕਿ ਉਸ ਕੋਲ ਕੁਲਫੀ ਖਾਣ ਜੋਗੇ ਪੈਸੇ ਨਹੀਂ ਸਨ। ਇੰਨੇ ਵਿੱਚ ਉਸ ਦਾ ਪੁੱਤਰ ਟਕੇ ਦੀ ਮੰਗ ਕਰਦਾ ਹੈ। ਉਹ ਇਸ ਨਾਲ ਮੁਰਮਰਾ ਖਾਣਾ ਚਾਹੁੰਦਾ ਹੈ। ਕਥਾਵਾਚਕ ਕਾਕੇ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕਹਿੰਦਾ ਹੈ ਕਿ ਟਕਾ ਭੈੜਾ ਹੁੰਦਾ ਹੈ। ਕਦੇ ਆਖਦਾ ਹੈ ਕਿ ਮੁਰਮਰਾ ਖਰਾਬ ਹੁੰਦਾ ਹੈ, ਪਰ ਇਹਨਾਂ ਦਲੀਲਾਂ ਦਾ ਕਾਕੇ ਉੱਤੇ ਕੋਈ ਅਸਰ ਨਹੀਂ ਹੁੰਦਾ। ਦਲੀਲਾਂ ਭਾਵ ਆਰਗੂਮੈਂਟਸ। ਤਾਂ ਇਹ ਸਾਰੀਆਂ ਪੰਕਤੀਆਂ ਆਪਾਂ ਉੱਪਰ ਪਾਠ ਵਿੱਚ ਚੰਗੀ ਤਰ੍ਹਾਂ ਵਿਸਥਾਰ ਨਾਲ ਸਮਝ ਚੁੱਕੇ ਹਾਂ। ਇਹ ਉਹਨਾਂ ਦਾ ਹੀ ਵਿਸਤਾਰ ਰੂਪ ਵਿੱਚ ਵਰਣਨ ਕੀਤਾ ਗਿਆ, ਸੰਖੇਪ ਰੂਪ ਵਿੱਚ ਵਰਣਨ ਕੀਤਾ ਗਿਆ। ਅਖੀਰ ਰਾਤ ਨੂੰ ਬਾਜ਼ਾਰੋਂ ਕੁਲਫੀ ਖਾਣ ਦਾ ਲਾਰਾ ਬੱਚੇ ਨੂੰ ਤੇ ਪਿਓ ਨੂੰ ਰਾਹਤ ਦਿੰਦਾ ਹੈ। ਲਾਰਾ ਮੀਨਸ ਬਹਾਨਾ ਔਰ ਰਾਹਤ ਮੀਨਸ ਰਿਲੀਫ। ਕਾਕੇ ਦੀ ਕਿਸੇ ਹੋਰ ਮੰਗ ਤੋਂ ਬਚਣ ਕਰਕੇ ਉਹ ਅੱਤ ਦੀ ਗਰਮੀ ਵਿੱਚ ਘਰੋਂ ਬਾਹਰ ਨਿਕਲ ਤੁਰਦਾ ਹੈ, ਭਾਵ ਕਿ ਇੱਥੇ ਸਮਝਾਇਆ ਗਿਆ ਹੈ ਕਿ ਉਹ ਕਾਕਾ ਕੋਈ ਹੋਰ ਮੰਗ ਨਾ ਕਰੇ। ਇਸ ਤੋਂ ਬਚਦਾ ਹੋਇਆ ਅੱਤ ਦੀ ਗਰਮੀ, ਭਾਵ ਕਿ ਬਹੁਤ ਜ਼ਿਆਦਾ ਗਰਮੀ ਵਿੱਚ ਹੀ ਬਾਹਰ ਨਿਕਲ ਕੇ ਸਮਾਂ ਵਿਅਰਥ ਕਰਦਾ ਹੈ। ਉਹ ਆਪ ਦੀ ਘੱਟ ਤਨਖਾਹ ਬਾਰੇ ਸੋਚਦਾ ਹੈ ਅਤੇ ਇਸ ਵਿੱਚ ਵਾਧੇ ਬਾਰੇ ਮਾਲਕ ਨਾਲ ਗੱਲ ਕਰਨ ਲਈ ਵਿਉਂਤ ਕੱਢਦਾ ਹੈ, ਮਤਲਬ ਉਹ ਸਕੀਮ ਬਣਾਉਂਦਾ ਹੈ। ਵਿਉਂਤ ਮੀਨਸ ਸਕੀਮ। ਪਰ ਇਸ ਕਰਕੇ ਉਹ ਡਰ ਜਾਂਦਾ ਹੈ ਕਿ ਕਿਤੇ ਮਾਲਕ ਉਸ ਨੂੰ ਨੌਕਰੀ ਤੋਂ ਨਾ ਕੱਢ ਦੇਵੇ। ਪਿਤਾ ਦੱਬੇ ਪੈਰੀ ਦੇਰ ਨਾਲ ਘਰ ਵੜਦਾ ਹੈ, ਪਰ ਕਾਕਾ ਤਾਂ ਉਸ ਦੀ ਉਡੀਕ ਕਰ ਰਿਹਾ ਹੁੰਦਾ ਹੈ। ਰਾਤ ਨੂੰ ਤਾਰਿਆਂ ਵੱਲ ਵੇਖਦਾ ਕਾਕਾ ਉਹਨਾਂ ਨੂੰ ਰੁਪਈਏ ਤਸੱਵਰ ਕਰ ਲੈਂਦਾ ਹੈ, ਭਾਵ ਕਿ ਉਹ ਤਾਰਿਆਂ ਨੂੰ ਰੁਪਈਏ ਮੰਨ ਲੈਂਦਾ ਹੈ। ਤਸੱਵਰ ਮੀਨਸ ਟੂ ਇਮੈਜਿਨ। ਉਸ ਨੂੰ ਲੱਗਦਾ ਹੈ ਕਿ ਤਾਰੇ ਰੁਪਈਏ ਹਨ, ਤਾਂ ਉਹ ਸਾਡੇ ਕੋਠੇ 'ਤੇ ਕਿਉਂ ਨਹੀਂ ਵਰਦੇ। ਕੋਠਾ ਮੀਨਸ ਛੱਤ। ਇੱਥੇ ਮੈਂ ਰੂਮ ਲਿਖਿਆ ਪਰ ਇੱਥੇ ਰੂਫ ਆਏਗਾ, ਇਹ ਸਪੈਲਿੰਗ ਮਿਸਟੇਕ ਹੋਈ ਹੈ ਇੱਥੇ। ਤਾਂ ਭਾਵ ਕਿ ਉਹ ਅਗਰ ਸਾਰੇ ਤਾਰੇ ਪੈਸੇ ਹਨ ਤਾਂ ਉਹਨਾਂ ਦੀ ਵਰਖਾ ਉਹਨਾਂ ਦੀ ਛੱਤ ਦੇ ਉੱਤੇ ਕਿਉਂ ਨਹੀਂ ਹੁੰਦੀ। ਪਿਤਾ ਉਸਦੇ ਇਸ ਵਿਸ਼ਵਾਸ ਨੂੰ ਗਲਤ ਕਹਿ ਕੇ ਰੱਦ ਕਰ ਦਿੰਦਾ ਹੈ। ਕਿਸੇ ਕੋਲੋਂ ਉਧਾਰ ਮੰਗਣਾ ਵੀ ਉਸ ਨੂੰ ਬਹੁਤ ਔਖਾ ਕੰਮ ਲੱਗਦਾ ਹੈ।
ਆਖਰ ਕਿਸੇ ਕੋਲੋਂ ਮਿਲੇ 3 ਰੁਪਏ ਪਤਨੀ ਲੂਣ ਲੈਣ ਤੇਲ ਲੈਣ ਲਈ ਮਰੁੰਡ ਲੈਂਦੀ ਹੈ ਭਾਵ ਲੈ ਲੈਂਦੀ ਹੈ। ਕਾਕਾ ਉੱਠਦਿਆਂ ਹੀ ਕੁਲਫੀ ਦੀ ਮੰਗ ਕਰਦਾ ਹੈ। ਪਿਤਾ ਫਿਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਲਾਰਾ ਲਾ ਦਿੰਦਾ ਹੈ। ਲਾਚਾਰ ਹੋਇਆ ਪਿਤਾ ਗਈ ਰਾਤ ਘਰ ਵੜਦਾ ਹੈ, ਭਾਵ ਕਿ ਦੇਰ ਰਾਤ ਨੂੰ ਘਰ ਆਉਂਦਾ ਹੈ। ਸੁੱਤਾ ਪਿਆ ਕਾਕਾ ਕੁਫੀ ਬੜਬੜਾਉਂਦਾ ਹੈ ਅਤੇ ਬੇਚੈਨੀ ਵਿੱਚ ਪਿਤਾ ਦੇ ਢਿੱਡ ਵਿੱਚ ਲੱਤਾਂ ਮਾਰਦਾ ਹੈ, ਭਾਵ ਕਿ ਉਹ ਬੇਚੈਨੀ ਵਿੱਚ ਆਪਣੇ ਪਿਤਾ ਦੇ ਪੇਟ ਵਿੱਚ ਲੱਤਾਂ ਮਾਰਦਾ ਹੈ। ਸਵੇਰੇ ਉੱਠ ਕੇ ਉਹ ਕੁਲਫੀ ਦੀ ਮੰਗ ਨਹੀਂ ਕਰਦਾ। ਬਾਹਰ ਗਲੀ ਵਿੱਚ ਸ਼ਾਹਾਂ ਦਾ ਮੁੰਡਾ ਕੁਲਫੀ ਖਾ ਰਿਹਾ ਹੁੰਦਾ ਹੈ। ਅਚਾਨਕ ਕਾਕਾ ਤੈਸ਼ ਵਿੱਚ ਆ ਜਾਂਦਾ ਹੈ। ਤੈਸ਼ ਦਾ ਮਤਲਬ ਹੁੰਦਾ ਹੈ ਗੁੱਸਾ ਜਾਂ ਜੋਸ਼ ਵਿੱਚ ਆ ਜਾਂਦਾ ਹੈ ਅਤੇ ਭੱਜ ਕੇ ਸ਼ਾਹਾਂ ਦੇ ਮੁੰਡੇ ਨੂੰ ਝਪੱਟਾ ਪੈਂਦਾ ਹੈ। ਉਸ ਦੀ ਕੁਲਫੀ ਡਿੱਗ ਪੈਂਦੀ ਹੈ। ਮਤਲਬ ਇੱਥੇ ਦੱਸਿਆ ਗਿਆ ਕਿ ਸ਼ਾਹਾਂ ਦੇ ਮੁੰਡੇ 'ਤੇ ਜਦੋਂ ਝਪੱਟਾ ਮਾਰਦਾ ਤਾਂ ਉਸ ਦੀ ਕੁਲਫੀ ਡਿੱਗ ਪੈਂਦੀ ਹੈ। ਮਾਂ ਕਾਕੇ ਦੇ ਵਰਤਾਓ 'ਤੇ ਉਸ ਨੂੰ ਮਾਰਨ ਪੈਂਦੀ ਹੈ, ਪਰ ਪਿਤਾ ਕਹਿੰਦਾ ਹੈ ਕਿ ਕੁਝ ਵੰਡ ਛੁਦੈਣੇ, ਅੱਜ ਕਾਇਰ ਪਿਓ ਦੇ ਘਰ ਬਹਾਦਰ ਪੁੱਤਰ ਜਨਮਿਆ ਹੈ। ਇਸ ਤਰ੍ਹਾਂ ਇਸ ਕਹਾਣੀ ਵਿੱਚ ਲੇਖਕ ਨੇ ਗਰੀਬ ਲੋਕਾਂ ਨੂੰ ਸੰਘਰਸ਼ ਕਰਕੇ ਆਪਣੇ ਹੱਕ ਲੈਣ ਦਾ ਸੁਨੇਹਾ ਦਿੱਤਾ ਹੈ। ਸੰਘਰਸ਼ ਮੀਨਸ ਟੂ ਸਟਰਗਲ, ਕਿ ਗਰੀਬ ਲੋਕ ਸਿਰਫ ਸੰਘਰਸ਼ ਕਰਕੇ ਹੀ ਆਪਣੇ ਹੱਕ ਲੈ ਸਕਦੇ ਹਨ। ਇਸ ਚੀਜ਼ ਦੀ ਉਸਨੇ ਉਦਾਹਰਨ ਪੇਸ਼ ਕੀਤੀ ਹੈ। ਇਸ ਤੋਂ ਅੱਗੇ ਆਪਾਂ ਪੜ੍ਹਾਂਗੇ ਕਹਾਣੀ ਦੇ ਤੱਤ। ਇਹ ਕਹਾਣੀ ਆਰਥਿਕ ਤੰਗੀ ਹਟਾਉਂਦੇ ਹੋਏ ਮਨੁੱਖ ਦੇ ਮਾਨਸਿਕ ਤਣਾਅ ਨੂੰ ਚਿੱਤਰਦੀ ਹੈ, ਭਾਵ ਕਿ ਪੇਸ਼ ਕਰਦੀ ਹੈ। ਆਰਥਿਕ ਤੰਗੀ ਹੁੰਦੀ ਹੈ ਪੂਅਰ ਫਾਈਨੈਂਸ਼ੀਅਲ ਕੰਡੀਸ਼ਨ, ਔਰ ਮਾਨਸਿਕ ਤਣਾਅ ਮੀਨਸ ਮੈਂਟਲ ਸਟ੍ਰੈਸ। ਤਾਂ ਇੱਥੇ ਇਹ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਆਰਥਿਕ ਤੰਗੀ ਵਿੱਚ ਰਹਿਣ ਵਾਲਾ ਮਨੁੱਖ ਮਾਨਸਿਕ ਤਣਾਅ 'ਚੋਂ ਗੁਜ਼ਰਦਾ ਹੈ। ਇੱਕ ਗਰੀਬ ਕਿਰਤੀ ਦੱਬ ਘੁੱਟ ਕੇ ਗੁਜ਼ਰਦਾ ਹੈ ਅਤੇ ਆਪਣੇ ਬੱਚੇ ਨੂੰ ਕੁਲਫੀ ਨਹੀਂ ਲੈ ਦੇ ਸਕਦਾ ਹੈ ਅਤੇ ਉਸ ਨੂੰ ਟਾਲਣ ਲਈ ਤਰ੍ਹਾਂ ਦੇ ਬਹਾਨੇ ਬਣਾਉਂਦਾ ਹੈ। ਟਾਲਣਾ ਹੁੰਦਾ ਵਾ ਡਿਸਟਰੈਕਟ ਕਰਨਾ, ਔਰ ਕਿਰਤੀ ਮੀਨਸ ਹੱਥਾਂ ਨਾਲ ਕੰਮ ਕਰਨ ਵਾਲਾ ਬੰਦਾ। ਉਹ ਬੜਾ ਦੱਬ ਘੁੱਟ ਕੇ ਗੁਜ਼ਾਰਾ ਕਰਦਾ ਹੈ, ਭਾਵ ਕਿ ਉਹ ਬੜੀ ਮੁਸ਼ਕਿਲ ਜ਼ਿੰਦਗੀ ਜਿਉਂਦਾ ਹੈ, ਬੜੇ ਮੁਸ਼ਕਿਲ ਤਰੀਕੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ। ਕੁਲਫੀ ਖਾਣ ਦੀ ਜਿੱਦ ਕਰਦਾ ਹੋਇਆ ਬੱਚਾ ਸੁੱਤਾ ਪਿਆ ਵੀ ਕੁਫੀ ਬੜਬੜਾਉਂਦਾ ਹੈ। ਆਖਰ ਉਸ ਦਾ ਸਬਰ ਟੁੱਟ ਜਾਂਦਾ ਹੈ ਅਤੇ ਉਹ ਕੁਲਫੀ ਦੀ ਮੰਗ ਛੱਡ ਕੇ ਕੁਲਫੀ ਲੈਣ ਲੱਗੇ ਸ਼ਾਹਾਂ ਦੇ ਮੁੰਡੇ ਉੱਤੇ ਝਪੱਟ ਪੈਂਦਾ ਹੈ। ਇੰਝ ਲੇਖਕ ਆਰਥਿਕ ਨਾ ਬਰਾਬਰੀ ਵਿੱਚ ਉਦੇ ਹੋਣ ਵਾਲੇ ਵਰਗ ਸੰਘਰਸ਼ ਦੇ ਮੁੱਦੇ ਨੂੰ ਕਲਾਤਮਕ ਢੰਗ ਨਾਲ ਪ੍ਰਸਤੁਤ ਕਰਦਾ ਹੈ। ਪ੍ਰਸਤੁਤ ਕਰਦਾ ਮੀਨਸ ਟੂ ਰਿਪਰੈਜ਼ੈਂਟ, ਕਲਾਤਮਕ ਮੀਨਸ ਕਲਾ ਨਾਲ ਭਰਪੂਰ, ਜਾਂ ਜਿਹਨੂੰ ਆਪਾਂ ਆਰਟਿਸਟਿਕ ਰਿਪਰੈਜ਼ੈਂਟੇਸ਼ਨ ਕਹਿੰਦੇ ਹਾਂ। ਆਰਥਿਕ ਨਾ ਬਰਾਬਰੀ ਮੀਨਸ ਇਕਨੋਮਿਕ ਇਨਕੁਐਲਿਟੀ, ਔਰ ਵਰਗ ਸੰਘਰਸ਼ ਮੀਨਸ ਕਲਾਸ ਸਟਰਗਲ। ਤਾਂ ਇਸ ਪੰਕਤੀ ਵਿੱਚ ਲੇਖਕ ਸਮਝਾਉਣਾ ਚਾਹੁੰਦਾ ਹੈ ਕਿ ਕਿਸ ਤਰ੍ਹਾਂ ਆਪਣੀ ਜਿਹੜੀ ਸੁਸਾਇਟੀ ਹੈ ਉਹ ਕਲਾਸ ਸਟਰਗਲ ਦੇ ਵਿੱਚ ਉਹ ਗੁਜ਼ਰ ਰਹੀ ਹੈ, ਜਿਸ ਦੇ ਵਿੱਚ ਤਰ੍ਹਾਂ ਦੇ ਵਰਗਾਂ ਦੇ ਲੋਕਾਂ ਵਿੱਚ ਆਰਥਿਕ ਨਾ ਬਰਾਬਰੀ, ਭਾਵ ਕਿ ਇਕਨੋਮਿਕ ਇਨਇਕੁਐਲਿਟੀ ਹੈ। ਔਰ ਇਸ ਸਾਰੀਆਂ ਚੀਜ਼ਾਂ ਨੂੰ ਉਸਨੇ ਬੜੇ ਹੀ ਵਧੀਆ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ। ਇਸ ਕਹਾਣੀ ਵਿੱਚ 3 ਮੁੱਖ ਪਾਤਰ ਹਨ, ਭਾਵ ਕਿ 3 ਮੇਨ ਕਰੈਕਟਰਸ ਹਨ। ਸਭ ਤੋਂ ਪਹਿਲਾਂ ਕਥਾਵਾਚਕ, ਫਿਰ ਉਸਦੀ ਘਰਵਾਲੀ ਅਤੇ ਅਖੀਰ 'ਤੇ ਉਸਦਾ ਕਾਕਾ। ਕੁਲਫੀ ਵਾਲਾ ਸ਼ਾਹਾਂ ਦਾ ਮੁੰਡਾ ਅਤੇ ਸ਼ਾਹਣੀ ਗੌਣ ਪਾਤਰ ਹਨ। ਗੌਣ ਪਾਤਰ ਮੀਨਸ ਨਿਮਨ ਪਾਤਰ, ਜਾਂ ਜਿਨ੍ਹਾਂ ਦਾ ਰੋਲ ਬਹੁਤ ਘੱਟ ਹੈ ਇਸ ਕਹਾਣੀ ਦੇ ਵਿੱਚ। ਕਥਾਵਾਚਕ ਦੀ ਬੇਵਸੀ ਤੇ ਕਾਕੇ ਦੀ ਜਿੱਤ ਦੇ ਘਟਨਾ ਸਥਲ 'ਤੇ ਇਹ ਪਾਤਰ ਆਪਣੀ ਸਥਿਤੀ ਵਿੱਚ ਵਿਚਰਦੇ ਹਨ, ਭਾਵ ਕਿ ਤੁਰਦੇ ਫਿਰਦੇ ਹਨ। ਨਿਰਸੰਦੇਹ ਕੇਂਦਰੀ ਪਾਤਰ ਕਥਾਵਾਚਕ ਹੈ ਅਤੇ ਕਾਕਾ ਪ੍ਰਮੁੱਖ ਪਾਤਰ ਹੈ। ਨਿਰਸੰਦੇਹ ਮੀਨਸ ਅਨਡਾਊਟਡਲੀ, ਔਰ ਕੇਂਦਰੀ ਪਾਤਰ ਮੀਨਸ ਸੈਂਟਰਲ ਕਰੈਕਟਰ, ਔਰ प्रमुख मीन्स मेन, भाव के अनडाउटेडली जो केंद्री पात्र है वो कथावाचक है, और जो प्रमुख पात्र है या जो मेन करैक्टर है वो उसका पुत्र है। घटनावां ते स्थितियां की कलात्मक पेशकारी नूं बिरतांत कहा जाता है, भाव के ये जो घटनावां की स्थिति है उसकी आर्टिस्टिक रिप्रजेंटेशन नूं बिरतांत कहा जाता है। बिरतांत का अर्थ होंदा है कि जिवें आपां कोई कहानी पढ़ीए, कहानी या किस्सा पढ़ीए और उस किस्से की तस्वीर अपनी अखां दे सामने आ जाए। कुल्फी कहानी का बिरतांत कथावाचक की आर्थिक तंगी के चलदियां काके द्वारा कुल्फी लैण की जिद उत्ते केंद्रित है। केंद्रित मीनस फोकस्ड। इस कहानी विच वार्तालाप का महत्वपूर्ण स्थान है। वार्तालाप मीनस डायलॉग। काके दे तोतले बोलों विच कुल्फी खाण की मंग ते पिता की मजबूरी विच कीती गई टाल मटोल आधारित वार्तालाप प्रभावशाली रूप पेश करती है, भाव के एक इफैक्टिव रूप पेश करती है। तो इत्थे दस्सिया गया कि किस तरह काका तोतले बोलों विच कुल्फी मंगता है अते पिता अपनी मजबूरी समझदा होया टाल मटोल करता है, और ये दोनों की जो वार्तालाप है वो बड़े ही इफैक्टिव तरीके नाल पेश होती है। पत्नी नाल वार्तालापी मौके डूंघे अर्थां का संचार करते हैं। डूंघे अर्थ मीनस डीप मीनिंग्स और संचार मीनस ब्रॉडकास्ट।